ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਕੁਝ ਖਾਸ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਜਿਹੜੇ ਅੱਜ ਅਖਬਾਰਾਂ ਦੇ ਵਿੱਚ ਛਾਏ ਰਹੇ ਆ, ਤੁਹਾਡੇ ਨਾਲ ਉਹਨਾਂ ਬਾਰੇ ਗੱਲਾਂ ਬਾਤਾਂ ਕਰਨ ਦੇ ਲਈ। ਕੁਝ ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੇ ਬੀਤੇ ਐਤਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਬਾਕੀ ਕੈਨੇਡਾ ਦੇ ਵਿੱਚ ਟਾਈਮ ਬਦਲਿਆ। ਅਸੀਂ ਸਾਲ ਦੇ ਵਿੱਚ 2 ਵਾਰੀ ਘੜੀ ਦੀਆਂ ਸੂਈਆਂ ਨੂੰ ਅੱਗੇ ਤੇ ਪਿੱਛੇ ਕਰਦੇ ਹਾਂ, ਇੱਕ ਵਾਰੀ ਘੰਟਾ ਅੱਗੇ ਕਰਦੇ ਹਾਂ ਤੇ ਇੱਕ ਵਾਰੀ ਘੰਟਾ ਪਿੱਛੇ ਕਰਦੇ ਹਾਂ। ਥੋੜ੍ਹੇ ਦਿਨ ਪਹਿਲਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਅਸੀਂ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਬਹੁਤ ਵਿਸਥਾਰ ਦੇ ਵਿੱਚ ਇਹ ਗੱਲ ਸਮਝਾਈ ਸੀ ਕਿ ਇਹਦੇ ਨਾਲ ਨੁਕਸਾਨ ਹੁੰਦਾ, ਐਕਸੀਡੈਂਟ ਵੱਧਦੇ ਆ। ਆਹ ਹਫਤਾ ਮਤਲਬ ਜਿਸ ਰਾਤ ਜਿਹੜਾ 2 ਵਜੇ ਟਾਈਮ ਬਦਲਦਾ ਆ ਤੇ ਅਸੀਂ ਘੜੀ ਦੀਆਂ 1 ਘੰਟਾ ਘੱਟ ਸੌਂਦੇ ਆ ਆਮ ਨਾਲੋਂ, ਉਹਦੇ ਤੋਂ ਅਗਲਾ ਪੂਰਾ ਹਫਤਾ ਜਾਣੀ ਕਿ ਆਹ ਹਫਤਾ ਜਿਹੜਾ ਲੰਘ ਰਿਹਾ ਆ ਇਹਦੇ ਵਿੱਚ ਐਕਸੀਡੈਂਟ ਵੱਧਦੇ ਆ, ਹਾਰਟ ਅਟੈਕ ਵੱਧਦੇ ਆ ਤੇ ਜਿਹੜੀ ਸੁਸਾਈਡ ਆ ਉਹਦੀ ਦਰ ਵੱਧ ਜਾਂਦੀ ਆ। ਇਹਦਾ ਉਲਟਾ ਜਦੋਂ ਨਵੰਬਰ ਦੇ ਵਿੱਚ ਅਸੀਂ 1 ਘੰਟਾ ਵੱਧ ਸੌਂਦੇ ਆ ਤਾਂ ਉਹ ਜਿਹੜਾ ਅਗਲਾ ਪੂਰਾ ਹਫਤਾ ਹੁੰਦਾ ਉਹਦੇ ਵਿੱਚ ਐਕਸੀਡੈਂਟ ਵੀ ਘੱਟ ਹੁੰਦੇ ਆ, ਉਹਦੇ ਵਿੱਚ ਹਾਰਟ ਅਟੈਕ ਵੀ ਘੱਟ ਹੁੰਦੇ ਆ ਤੇ ਉਹਦੇ ਵਿੱਚ ਸੁਸਾਈਡ ਵੀ ਘੱਟ ਹੁੰਦੀ ਆ। ਇਹ ਅੰਕੜੇ ਨੇ ਜਿਹੜੇ ਦਿੱਤੇ ਜਾਂਦੇ ਆ। ਪਰ ਫਿਰ ਵੀ ਦੁਨੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਡੇ ਲਾਈਟ ਸੇਵਿੰਗ ਓਬਜ਼ਰਵ ਕੀਤੀ ਜਾਂਦੀ ਹੈ, ਭਾਵ ਘੜੀ ਦੀਆਂ ਸੂਈਆਂ ਬਦਲੀਆਂ ਜਾਂਦੀਆਂ। ਹੁਣ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਕਿ ਇਹਨੂੰ ਬੰਦ ਕਰ ਦਿੱਤਾ ਜਾਵੇ, ਇੱਦਾਂ ਨਾ ਕੀਤਾ ਜਾਵੇ। ਬ੍ਰਿਟਿਸ਼ ਕੋਲੰਬੀਆ ਨੇ 2019 ਦੇ ਵਿੱਚ ਬਿੱਲ ਪਾਸ ਕਰ ਦਿੱਤਾ ਸੀ, ਪਰ ਇਕੱਲਾ ਬ੍ਰਿਟਿਸ਼ ਕੋਲੰਬੀਆ ਕੁਛ ਨਹੀਂ ਕਰ ਸਕਦਾ। ਇਹਦੇ ਨਾਲ ਬਾਕੀ ਕੈਨੇਡਾ ਤੇ ਦੂਜੇ ਪਾਸੇ ਜਿਹੜਾ ਅਮਰੀਕਾ ਕੈਲੀਫੋਰਨੀਆ ਤੱਕ ਸਾਡਾ ਇੱਕੋ ਹੀ ਸਮਾਂ ਆ, ਉਹ ਸਾਰੇ ਕੁਝ ਦੇ ਵਿੱਚ ਤਬਦੀਲੀ ਆਉਣੀ ਜ਼ਰੂਰੀ ਹੈ। ਅੱਜ ਖਬਰ ਇਹ ਆ ਰਹੀ ਆ ਕਿ ਇਹ ਜਿਹੜਾ 2 ਵਾਰੀ ਸਾਲ ਦੇ ਵਿੱਚ ਘੜੀ ਦੀਆਂ ਸੂਈਆਂ ਅੱਗੇ ਪਿੱਛੇ ਕਰਨ ਵਾਲਾ ਮਾਮਲਾ ਆ, US ਦੀ ਸੈਨੇਟ ਦੇ ਵਿੱਚ ਇਹ ਬਿੱਲ ਲਿਆਂਦਾ ਗਿਆ ਤੇ ਕੱਲ੍ਹ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਮੰਗਲਵਾਰ ਨੂੰ ਕਿ ਇਹਨੂੰ ਹੁਣ ਬੰਦ ਕਰ ਦਿਓ ਤੇ ਇਹਨੂੰ ਪਰਮਾਨੈਂਟ ਬਣਾ ਦਿਓ। ਜਿਹੜਾ ਇੱਕ ਟਾਈਮ ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਸੀ ਉਸੇ ਤਰੀਕੇ ਦੇ ਨਾਲ ਇਹਨੂੰ ਇੱਕ ਟਾਈਮ ਨੂੰ ਇੱਦਾਂ ਹੀ ਰੱਖ ਦਿਓ। ਬਿੱਲ ਲੈ ਕੇ ਆਂਦਾ, ਸੈਨੇਟ ਨੇ ਪਾਸ ਕਰ ਦਿੱਤਾ ਤੇ ਜੇ ਇਹ ਲਾ ਬਣ ਗਿਆ, ਜੇ ਇਹਦੇ ਉੱਤੇ ਰਾਸ਼ਟਰਪਤੀ ਜੋ ਬਾਈਡਨ ਦੇ ਸਾਈਨ ਹੋ ਜਾਂਦੇ ਆ ਤਾਂ ਫਿਰ ਉਧਰਲੇ ਪਾਸਿਓਂ ਇਹ ਸਾਰਾ ਕੁਝ ਇੱਧਰਲੇ ਪਾਸੇ ਵੀ ਆਉਣਾ। ਜੇ ਅਮਰੀਕਾ ਇਹ ਚੀਜ਼ ਕਰ ਦਿੰਦੀ ਆ ਕਿ ਇੱਕ ਟਾਈਮ ਫਿਕਸ ਕਰ ਦਿੰਦੀ ਜਿਸ ਤਰੀਕੇ ਨਾਲ ਹੈਗਾ ਆ, ਤਾਂ ਉਹਨੂੰ ਫਿਰ ਜਦੋਂ ਇੱਧਰ ਇਹਦੇ ਨਾਲ ਨਾਲ ਆਰਾਂ ਪ੍ਰੋਵਿੰਸ ਦੇ ਉੱਤੇ ਵੀ ਅਸਰ ਪੈਣਾ, ਕਿਉਂਕਿ ਫਲਾਈਟਾਂ ਦਾ ਟਾਈਮ ਤੇ ਹੋਰ ਸਾਰਾ ਕੁਝ ਇਹਦੇ ਨਾਲ ਬਹੁਤ ਜ਼ਰੂਰੀ ਹੈ। ਕੈਨੇਡੀਅਨ ਪ੍ਰੋਵਿੰਸ ਪਹਿਲਾਂ ਹੀ ਇਹ ਗੱਲਬਾਤ ਕਰ ਰਹੇ ਆ, ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਇਹਨੂੰ BC ਪਹਿਲਾਂ ਬਿੱਲ ਪਾਸ ਕਰ ਚੁੱਕਾ ਡੇ ਲਾਈਟ ਸੇਵਿੰਗ ਜਿਹੜਾ ਡੇ ਲਾਈਟ ਟਾਈਮ ਇਹਨੂੰ ਪਰਮਾਨੈਂਟ ਕਰਨ ਦੇ ਲਈ 2019 ਦੇ ਵਿੱਚ ਜਦੋਂ ਇੱਥੇ ਰੈਫਰੈਂਡਮ ਕਰਵਾਇਆ ਸੀ ਜਾਂ ਲੋਕਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਇਹਦੇ ਹੱਕ 'ਚ ਆ, ਇਹ ਸਮਾਂ ਬਦਲਣਾ ਚਾਹੀਦਾ, ਸਮਾਂ ਮਤਲਬ ਘੜੀ ਦੀਆਂ ਸੂਈਆਂ ਅੱਗੇ ਪਿੱਛੇ ਕਰਨੀਆਂ ਚਾਹੀਦੀਆਂ ਜਾਂ ਨਹੀਂ, ਤਾਂ 93% ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੇ ਲੋਕਾਂ ਨੇ ਕਿਹਾ ਸੀ ਕਿ ਇਹ ਨਹੀਂ ਬਦਲਣਾ ਚਾਹੀਦਾ, ਜਿਹੜਾ ਟਾਈਮ ਹੈਗਾ ਸਾਰਾ ਸਾਲ ਇਹੀ ਚੱਲਣ ਦੇਣਾ ਚਾਹੀਦਾ। ਇਹਦੇ ਤੋਂ ਬਾਅਦ ਕੁਝ ਥਾਵਾਂ ਦੇ ਉੱਤੇ ਜਿਹੜੇ ਪ੍ਰਪੋਜ਼ਲ ਸੀਗੇ ਸਰਕਾਰ ਦੇ ਸਰਵਿਸ ਦੇ ਵਿੱਚ, ਜਿਹੜਾ ਯੂਕੋਨ ਦੇ ਵਿੱਚ ਜਾਂ ਸਟੇਟਸ ਆਫ ਵਾਸ਼ਿੰਗਟਨ, ਓਰੇਗਨ, ਕੈਲੀਫੋਰਨੀਆ, ਇੱਧਰਲੇ ਪਾਸੇ ontario ਨੂੰ ਵੀ ਇਹ ਲੈਜਿਸਲੇਸ਼ਨ ਪਾਸ ਕੀਤਾ ਸੀ ਉਸੇ ਦਿਨ, ਤੇ ਉਹ ਤਾਂ ਕਰ ਸਕਦੇ ਆ ਇਹ ਜੇ ਉਹਨਾਂ ਦੇ ਨੇੜੇ ਦੀਆਂ ਜਿਹੜੀਆਂ ਸਟੇਟਸ ਆ ਜਿਵੇਂ ਨਿਊਯਾਰਕ ਵਾਲਾ ਪਾਸਾ ਜਾਂ ਕੁਬੈਕ ਆ, ਉਹ ਐਗਰੀ ਕਰਦੇ ਆ। ਕੱਲਾ ਹਰ ਇੱਕ ਪ੍ਰੋਵਿੰਸ ਤੇ ਹਰ ਇੱਕ ਖਿੱਤਾ ਹੀ ਚਾਹੁੰਦਾ ਵੀ ਇਹਨੂੰ ਬੰਦ ਕੀਤਾ ਜਾਵੇ, ਪਰ ਕਰ ਨਹੀਂ ਸਕਦੇ ਕਿਉਂਕਿ ਨਾਲ ਸਾਰਾ ਕੁਝ ਜੁੜਿਆ ਆ। US ਦਾ ਫੈਡਰਲ ਲਾ ਅਲਾਉ ਕਰਦਾ ਸਟੇਟਸ ਨੂੰ ਇਹ ਗੱਲ ਤੈਅ ਕਰਨ ਦੇ ਵਿੱਚ ਵੀ ਉਹਨਾਂ ਨੇ ਡੇ ਲਾਈਟ ਟਾਈਮ ਓਬਜ਼ਰਵ ਕਰਨਾ ਆ ਜਾਂ ਇਹਨੂੰ ਸਟੈਂਡਰਡ ਟਾਈਮ ਰੱਖਣਾ। ਜਿੱਦਾਂ ਐਰੀਜ਼ੋਨਾ, ਹਵਾਈ ਦੇ ਵਿੱਚ ਐਗਜ਼ੰਪਸ਼ਨ ਆ, ਉਹ ਆਪਣੇ ਹਿਸਾਬ ਨਾਲ ਇਹਦੇ ਉੱਤੇ ਫੈਸਲਾ ਲੈਂਦੇ, ਬਾਕੀ ਅਮਰੀਕਾ ਹੋਰ ਤਰੀਕੇ ਨਾਲ ਚੱਲਦਾ। US ਸੈਨੇਟ ਬਿੱਲ, ਇਹਦਾ ਨਾਂ ਉਹਨਾਂ ਨੇ ਦੱਸਿਆ ਜੀ ਸਨਸ਼ਾਈਨ ਪ੍ਰੋਟੈਕਸ਼ਨ ਐਕਟ। ਇਹਦੇ ਤਹਿਤ ਕਿ ਹੁਣ ਸਾਰੇ ਦੇਸ਼ ਨੂੰ ਇੱਕ ਪਰਮਾਨੈਂਟ ਡੇ ਲਾਈਟ ਟਾਈਮ ਦੇ ਉੱਤੇ ਪਾ ਦਿੱਤਾ ਜਾਊਗਾ ਨਵੰਬਰ 2023 ਤੋਂ। ਅਗਲੇ ਸਾਲ ਨਵੰਬਰ ਮਹੀਨੇ ਤੋਂ ਬਾਅਦ ਅਮਰੀਕਾ ਦੇ ਵਿੱਚ ਇਹ 2 ਵਾਰੀ ਸਾਲ ਦੇ ਵਿੱਚ ਘੜੀ ਦੀਆਂ ਸੂਈਆਂ ਅੱਗੇ ਜਾਂ ਪਿੱਛੇ ਕਰਨ ਵਾਲਾ ਮਾਮਲਾ ਖਤਮ ਹੋ ਜਾਊਗਾ। ਐਰੀਜ਼ੋਨਾ ਤੇ ਹਵਾਈ ਜਿਹੜਾ ਹੈਗਾ ਉਹਨਾਂ ਨੂੰ ਉਸੇ ਤਰ੍ਹਾਂ ਸਟੈਂਡਰਡ ਟਾਈਮ ਦੇ ਉੱਤੇ ਚੱਲ ਸਕਦੇ ਆ। ਫਲੋਰੀਡਾ ਰਿਪਬਲਿਕਨ ਸੈਨੇਟਰ ਨੇ ਉੱਥੋਂ ਦੇ ਮਾਰਕੋ ਰੂਬੀਓ, ਉਹਨਾਂ ਨੇ ਬਿੱਲ ਇੰਟਰੋਡਿਊਸ ਕੀਤਾ 2018 ਤੋਂ ਲੈ ਕੇ ਹੁਣ ਤੱਕ 4 ਵਾਰੀ ਇਹਨੂੰ ਪੇਸ਼ ਕਰ ਚੁੱਕੇ ਆ ਤੇ ਆਖਰਕਾਰ ਇਹ ਫਲੋਰ ਦੇ ਉੱਤੇ ਆਇਆ ਤੇ ਪਾਸ ਹੋ ਗਿਆ। ਉਹਨਾਂ ਨੇ ਬੜੀ ਚੰਗੀ ਗੱਲ ਦੱਸੀ ਆ ਕਿ ਪਿਛਲੇ ਵੀਕਐਂਡ ਇਸ ਜਿਹੜਾ ਇੱਕ ਰੀਤ ਆ ਸਾਲ ਦੇ ਵਿੱਚ 2 ਵਾਰੀ ਘੜੀ ਦੀਆਂ ਸੂਈਆਂ ਬਦਲਦੀ, ਉਹ ਕਹਿੰਦੇ ਅਸੀਂ ਇਹਨੂੰ ਬੰਦ ਕਰ ਚੁੱਕੇ ਹਾਂ। ਤੇ ਸ਼ਬਦ ਉਹਨਾਂ ਨੇ ਬਹੁਤ ਸਖਤ ਵਰਤੇ ਆ। ਉਹ ਕਹਿੰਦੇ ਵੀ ਚੰਗੀ ਖਬਰ ਇਹ ਆ ਕਿ ਹੁਣ ਸਾਨੂੰ ਇਹ ਸਟੂਪਿਡਿਟੀ ਹੋਰ ਜ਼ਿਆਦਾ ਨਹੀਂ ਕਰਨੀ ਪਊਗੀ, ਭਾਵ ਉਹਨਾਂ ਨੇ ਇਸ ਪ੍ਰੋਸੈਸ ਨੂੰ ਸਟੂਪਿਡਿਟੀ ਕਿਹਾ ਜਿਹੜਾ ਇੰਨਾ ਚਿਰ ਚੱਲਦਾ ਰਿਹਾ। ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕਿਹਾ ਕਿ ਸੈਨੇਟ ਦੀ ਜਿਹੜੀ ਅਪਰੂਵਲ ਦਿੱਤੀ ਆ ਇਸ ਬਿੱਲ ਦੇ ਉੱਤੇ, ਉਹਦੇ 'ਤੇ ਖੁਸ਼ੀ ਪ੍ਰਗਟ ਕੀਤੀ ਆ ਤੇ ਉਹ ਕਹਿੰਦੇ ਇਸ ਪਾਸੇ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਪ੍ਰੋਗਰੈਸ ਹੋਈ ਆ ਇਹ ਚੰਗੀ ਗੱਲ ਆ।
ਬ੍ਰਿਟਿਸ਼ ਕੋਲੰਬੀਆ ਦੀ ਫੈਮਲੀਜ਼ ਜਿਹੜੀਆਂ ਇਸ ਵੇਲੇ ਇਹਦੇ ਨਾਲ ਜਦੋਂ ਕੋਪ ਅਪ ਕਰ ਰਹੀਆਂ ਆ ਤੇ ਚਾਹੁੰਦੀਆਂ ਆ ਕਿ ਇਹਨੂੰ ਨਾ ਕੀਤਾ ਜਾਵੇ, ਇਸ ਚੀਜ਼ ਨੂੰ ਰੋਕਿਆ ਜਾਵੇ, ਪਰ ਉਹ ਕਰ ਨਹੀਂ ਸੀ ਸਕੇ। ਇੱਥੇ ਇਹ ਵੀ ਗੱਲ ਦੱਸ ਦੇਣੀ ਜ਼ਰੂਰੀ ਆ ਕਿ ਨਵੰਬਰ 2023 ਤੋਂ ਇਹ ਪੱਕਾ ਨਹੀਂ ਹੋ ਜਾਣਾ। ਇਹ ਬਿੱਲ ਆ ਜੇ, ਇਹ ਬਿੱਲ ਨੂੰ ਹਜੇ ਉੱਥੋਂ ਦੀ ਜਿਹੜੀ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਵਿੱਚ ਜਾਣਾ, ਉਹਨਾਂ ਦੇ ਸਾਈਨ ਹੋਣੇ ਆ। ਉਹਨਾਂ ਦੇ ਸਾਈਨ ਹੋਣ ਤੋਂ ਬਾਅਦ ਇਹ ਰਾਸ਼ਟਰਪਤੀ ਜੋ ਬਾਈਡਨ ਕੋਲ ਜਾਣਾ, ਫਿਰ ਰਾਸ਼ਟਰਪਤੀ ਜੋ ਬਾਈਡਨ ਦੇ ਸਾਈਨ ਹੋਣੇ ਆ, ਤੇ ਜਦੋਂ ਉਹਨਾਂ ਦੇ ਸਾਈਨ ਹੋ ਗਏ ਫਿਰ ਇਹ ਕਾਨੂੰਨ ਬਣ ਜਾਣਾ। ਤੇ ਜੇ ਇਹ ਕਾਨੂੰਨ ਬਣ ਗਿਆ ਫਿਰ ਨਵੰਬਰ 2023 ਤੋਂ ਬਾਅਦ ਇੱਥੇ ਘੜੀ ਦੀਆਂ ਸੂਈਆਂ ਅੱਗੇ ਪਿੱਛੇ ਕਰਨ ਦੀ ਲੋੜ ਨਹੀਂ ਪਊਗੀ। ਇਹਦੇ ਉੱਤੇ ਵੱਖ-ਵੱਖ ਲੋਕਾਂ ਦੇ ਵਿਚਾਰ ਪੁੱਛੇ ਗਏ ਕਿ ਤੁਹਾਡੇ ਕੀ ਵਿਚਾਰ ਆ ਇਸ ਮਾਮਲੇ ਦੇ ਵਿੱਚ। ਬਹੁਤ ਸਾਰੇ ਲੋਕਾਂ ਨੇ ਇਹਦੇ ਹੱਕ ਵਿੱਚ ਵੋਟ ਪਾਈ ਆ। ਹਾਊਸ ਸਪੀਕਰ ਨੈਂਸੀ ਪੈਲੋਸੀ ਜਿਨ੍ਹਾਂ ਕੋਲੇ ਪਾਵਰ ਹੈਗੀ ਆ ਇਹਨੂੰ ਡਿਸਾਈਡ ਕਰਨ ਦੀ, ਉਹਨਾਂ ਦੇ ਸਪੋਕਸਪਰਸਨ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੀ ਸਪੋਰਟ ਇਸ ਮਾਮਲੇ ਦੇ ਵਿੱਚ ਕਿੱਦਾਂ ਦੀ ਆ, ਤਾਂ ਉਹਨਾਂ ਨੇ ਕਿਹਾ ਕਿ ਇਹਨੂੰ ਅਸੀਂ ਨੇੜੇ ਤੋਂ ਰਿਵਿਊ ਕਰ ਰਹੇ ਹਾਂ। ਹੁਣ ਵਾਈਟ ਹਾਊਸ ਅਜੇ ਇਹਦੇ ਬਾਰੇ ਵੀ ਕੁਛ ਨਹੀਂ ਕਿਹਾ ਕਿ ਜੋ ਬਾਈਡਨ ਇਹਦੇ ਉੱਤੇ ਕੀ ਸੋਚਦੇ ਆ। ਕੈਨੇਡਾ ਦੇ ਵਿੱਚ ਜਿਹੜਾ ਪਰਮਾਨੈਂਟ ਡੇ ਲਾਈਟ ਟਾਈਮ ਆ ਇਹ ਨਾਰਥ ਵੈਸਟ BC ਦੇ ਵਿੱਚ, ਕ੍ਰਿਸਟਨ BC ਦੇ ਵਿੱਚ, ਯੂਕੋਨ ਦੇ ਵਿੱਚ ਤੇ ਸਸਕਾਚਵਿਨ ਦੇ ਕੁਛ ਇਲਾਕਿਆਂ ਦੇ ਵਿੱਚ, ਲੈਬਰਾਡੋਰ, ਨੂਨਾਵਟ, ਇੱਥੇ ਜਿਹੜੀਆਂ ਕੁਛ ਕਮਿਊਨਿਟੀਜ਼ ਦੇ ਵਿੱਚ ਹੈਗਾ ਆ। ਅਕਤੂਬਰ 2021 ਦੇ ਵਿੱਚ ਸਾਡੇ ਨਾਲ ਲੱਗਦੇ ਸੂਬੇ ਅਲਬਰਟਾ ਦੇ ਵਿੱਚ ਵੀ ਉਹਨਾਂ ਨੇ ਵੋਟਾਂ ਪਵਾ ਕੇ ਦੇਖੀਆਂ ਸੀ ਵੀ ਤੁਸੀਂ ਕੀ ਚਾਹੁੰਦੇ ਆ। ਅਲਬਰਟਾ ਦੇ ਲੋਕਾਂ ਨੇ ਕਿਹਾ ਸੀ ਕਿ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ। 50.2% ਨੇ ਕਿਹਾ ਸੀ ਵੀ ਇਹ ਠੀਕ ਰਹਿਣਾ ਚਾਹੀਦਾ ਜਿਹੜਾ ਇਹ ਟਾਈਮ ਬਦਲਣ ਵਾਲਾ ਹਿਸਾਬ ਕਿਤਾਬ ਆ, ਤੇ ਜਿਹੜੇ 49.8% ਨੇ ਇਹਨੂੰ ਯੈਸ ਵੋਟ ਕੀਤੀ ਸੀ ਤੇ 50.2% ਨੇ ਇਹਨੂੰ ਨੋ ਵੋਟ ਕੀਤੀ ਸੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਕਿ ਇਹ ਕਿੱਧਰਲੇ ਪਾਸੇ ਨੂੰ ਜਾਂਦਾ ਆ। ਜੇ US ਦੇ ਵਿੱਚ ਇਹ ਬਿੱਲ ਕਾਨੂੰਨ ਬਣ ਜਾਂਦਾ ਤਾਂ ਇਹਦੇ ਨਾਲ ਕੈਨੇਡਾ ਦੇ ਉੱਤੇ ਵੱਡਾ ਅਸਰ ਪਊਗਾ। ਨਵੰਬਰ 2023 ਦਾ ਸਮਾਂ ਇਸ ਕਰਕੇ ਦਿੱਤਾ ਗਿਆ, ਜਿਹੜੇ ਫਲਾਈਟਸ ਨੇ ਉਹ ਕਈ ਵਾਰੀ ਇੱਕ ਸਾਲ ਪਹਿਲਾਂ ਆਪਣੇ ਸਕੈਜੂਲ ਬਣਾਉਂਦੀਆਂ, ਉਹਨਾਂ ਨੂੰ ਬਹੁਤ ਖਾਸ ਤੌਰ ਦੇ ਉੱਤੇ ਇਹਦੀ ਲੋੜ ਆ। ਇਸ ਸਮੇਂ ਦੇ ਅਨੁਸਾਰ ਉਹਨਾਂ ਨੇ ਜਹਾਜ਼ਾਂ ਦੇ ਟਾਈਮ ਫਿਕਸ ਕਰਨੇ ਆ, ਸੋ ਸਮਾਂ ਪਹਿਲਾਂ ਹੀ 1 ਸਾਲ ਤੋਂ ਜ਼ਿਆਦਾ ਦੇ ਦਿੱਤਾ। ਜੇ ਬਿੱਲ ਬਣ ਜਾਂਦਾ ਤੇ ਦੁਨੀਆ ਦੇ ਇੱਕ ਵੱਡੇ ਹਿੱਸੇ ਵਾਂਗ ਇਹ ਚੀਜ਼ ਕੈਨੇਡਾ ਦੇ ਵਿੱਚ ਵੀ ਬੰਦ ਹੋ ਜਾਏਗੀ। ਟਿਮ ਹਾਰਟਨ ਇੱਕ ਬਹੁਤ ਵੱਡੀ ਚੇਨ ਆ ਜਿਹੜੀ ਕੈਨੇਡਾ ਦੇ ਵਿੱਚ ਬਹੁਤ ਮਸ਼ਹੂਰ ਆ, ਤੇ ਟਿਮ ਹਾਰਟਨ ਦੇ ਨਾਂ ਦੇ ਉੱਤੇ ਟਿਮ ਹਾਰਟਨ ਜਿਹੜੀ ਮੌਤ 1974 ਦੇ ਵਿੱਚ ਇੱਕ ਕਾਰ ਐਕਸੀਡੈਂਟ ਦੇ ਵਿੱਚ ਹੋਈ ਸੀ। 44 ਸਾਲ ਦੀ ਉਮਰ ਸੀ ਤੇ ਕੈਨੇਡੀਅਨ ਪ੍ਰੋਫੈਸ਼ਨਲ ਆਈਸ ਹਾਕੀ ਪਲੇਅਰ ਸੀ। ਨੈਸ਼ਨਲ ਹਾਕੀ ਲੀਗ ਦੇ 24 ਸੀਜ਼ਨ ਖੇਡਿਆ ਸੀ। ਆਈਸ ਹਾਕੀ ਦੇ ਵਿੱਚ ਬਹੁਤ ਵੱਡਾ ਨਾਂ ਉਹਦੇ ਨਾਂ ਦੇ ਉੱਤੇ ਇਹ ਜਿਹੜੀ ਚੇਨ ਬਣੀ ਆ। ਤੇ ਇਸ ਚੇਨ ਬਾਰੇ ਹੁਣ ਇੱਕ ਖਬਰ ਇਹ ਆ ਰਹੀ ਹੈ ਕਿ ਇਹ ਇੰਡੀਆ ਦੇ ਵਿੱਚ ਜਾ ਰਹੀ ਆ। ਭਾਵ ਤੁਹਾਨੂੰ ਇੰਡੀਆ ਵਿੱਚ ਗਿਆ ਨੂੰ ਵੀ ਟਿਮ ਹਾਰਟਨ ਦੀ ਕੌਫੀ ਮਿਲ ਸਕਦੀ ਹੈ, ਤੁਸੀਂ ਉੱਥੋਂ ਟਿਮ ਹਾਰਟਨ ਦੀ ਕੌਫੀ ਲੈ ਸਕਦੇ ਆ। ਇਹਦੇ ਆਲਰੇਡੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਟਿਮ ਹਾਰਟਨ ਦੇ ਸਟੋਰ ਹੈਗੇ ਆ, ਪਰ ਇੰਡੀਆ ਦੇ ਵਿੱਚ ਨਹੀਂ ਸੀ। 5100 ਰੈਸਟੋਰੈਂਟਸ ਹੈਗੇ ਆ 13 ਦੇਸ਼ਾਂ ਦੇ ਵਿੱਚ। ਅਮਰੀਕਾ ਦੇ ਵਿੱਚ ਵੀ ਟਿਮ ਹਾਰਟਨ ਮਿਲ ਜਾਂਦੀ, ਮੈਕਸੀਕੋ, ਸਪੇਨ, ਯੂਨਾਈਟਿਡ ਕਿੰਗਡਮ, ਮਿਡਲ ਈਸਟ, ਚਾਈਨਾ, ਥਾਈਲੈਂਡ ਤੇ ਫਿਲੀਪੀਨਸ, ਇਹਨੇ ਸਾਰੇ ਦੇਸ਼ਾਂ ਦੇ ਵਿੱਚ ਟਿਮ ਹਾਰਟਨ ਰੈਸਟੋਰੈਂਟਸ ਹੈਗੇ ਆ। ਤੇ ਹੁਣ ਇਹ ਜਿਹੜੀ ਕੁਇਕ ਸਰਵਿਸ ਰੈਸਟੋਰੈਂਟ ਚੇਨ ਆ ਜਿਹੜੀ ਸਟਾਰਬਕਸ ਦੇ ਨਾਲ ਕੰਪੀਟ ਕਰਦੀ ਆ, ਤੇ ਇੰਡੀਆ ਦੇ ਵਿੱਚ ਇਹਦਾ ਮੁਕਾਬਲਾ ਫਿਰ ਕੋਸਟਾ ਕਾਫੀ ਤੇ ਕੈਫੇ ਕਾਫੀ ਡੇ ਦੇ ਨਾਲ ਵੀ ਹੈਗਾ ਆ। ਇਹ ਹੁਣ ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਰੈਸਟੋਰੈਂਟ, ਆਪਣੀਆਂ ਲੋਕੇਸ਼ਨਸ ਖੋਲ੍ਹਣ ਜਾ ਰਹੀ ਆ। ਤੇ ਪਹਿਲੀ ਲੋਕੇਸ਼ਨ ਕਹਿੰਦੇ ਇਹਨਾਂ ਦੀ ਦਿੱਲੀ ਖੁੱਲ੍ਹ ਰਹੀ ਆ। ਟਿਮ ਹਾਰਟਨ ਬਹੁਤ ਪੋਪੂਲਰ ਕੈਨੇਡੀਅਨ ਕਾਫੀ ਚੇਨ, ਜਦੋਂ ਇਹ ਇੰਡੀਆ ਦੇ ਵਿੱਚ ਜਾਂਦੀ ਆ ਤਾਂ ਉੱਥੋਂ ਦੀ ਮਾਰਕੀਟ ਦੇ ਉੱਤੇ ਇਹਦਾ ਵੱਖਰਾ ਪ੍ਰਭਾਵ ਪੈਣ ਦੀ ਆਸ ਕੀਤੀ ਜਾ ਰਹੀ ਹੈ। ਸਕੀਮ ਇਹ ਆ ਟਿਮ ਹਾਰਟਨ ਦੀ ਕਿ 250 ਦੇ ਕਰੀਬ ਆਪਣੇ ਆਊਟਲੈਟਸ ਇਹਨਾਂ ਨੇ ਦੇਸ਼ ਦੇ ਵਿੱਚ ਖੋਲ੍ਹਣੇ ਆ, ਤੇ ਅਗਲੇ 5 ਸਾਲਾਂ ਦੇ ਵਿੱਚ ਵਧਾ ਵੀ ਸਕਦੇ ਆ। ਜਿਹਦੇ ਲੋਕਾਂ ਦਾ ਰਿਸਪੌਂਸ ਜ਼ਿਆਦਾ ਹੋਇਆ। ਟਿਮ ਹਾਰਟਨਸ ਇਨਕੋਰਪੋਰੇਸ਼ਨ ਸਭ ਤੋਂ ਵੱਡਾ ਕੁਇਕ ਸਰਵਿਸ ਰੈਸਟੋਰੈਂਟ ਆ QSR ਕੈਨੇਡਾ ਦੇ ਵਿੱਚ ਇਸ ਸਾਲ ਦੇ ਵਿੱਚ। ਤੇ ਹੁਣ ਜਦੋਂ ਇਹ ਇੰਡੀਆ ਦੇ ਵਿੱਚ ਜਾਂਦਾ ਆ ਤੇ ਦਿੱਲੀ NCR ਦੇ ਵਿੱਚ ਪਹਿਲਾ ਸਟੋਰ ਇਹਨਾਂ ਨੇ ਆਪਣਾ ਜਿਹੜਾ ਆਊਟਲੈਟ ਆ ਉਹ ਖੋਲ੍ਹਣਾ ਆ, ਤੇ ਹੌਲੀ ਹੌਲੀ ਇਹਨਾਂ ਨੇ ਐਕਸਪੈਂਡ ਕਰਨਾ ਆ। ਐਸੇ ਸਾਲ ਦੇ ਵਿੱਚ ਹੀ ਕਹਿੰਦੇ 250 ਲੋਕੇਸ਼ਨ 250 ਬ੍ਰਾਂਚ ਹੋਰ ਇਹਨਾਂ ਨੇ ਖੋਲ੍ਹ ਦੇਣੀ ਆ। ਸੋ ਇਹਦੇ ਵਿੱਚ ਟਿਮ ਹਾਰਟਨ ਜਿਹੜਾ ਐਗਰੀਮੈਂਟ ਇਹਨਾਂ ਦਾ ਨਾਲ AG ਕੈਫੇ ਦੇ ਨਾਲ ਹੋਇਆ ਆ, ਜਿਹੜਾ ਜੁਆਇੰਟ ਵੈਂਚਰ ਆ ਪਹਿਲਾਂ ਹੀ ਐਪਲ ਗਰੁੱਪ ਦੇ ਨਾਲ ਤੇ ਗਲੋਬਲ ਫੈਸ਼ਨ ਲਾਈਫਸਟਾਈਲ ਰਿਟੇਲ ਕੰਪਨੀ ਦੇ ਨਾਲ। ਗੇਟਵੇ ਪਾਰਟਨਰ ਤੇ ਹੋਰ ਜਿਹੜੇ ਮਾਰਕੀਟਿੰਗ ਮੈਨੇਜਰ ਨੇ ਟਿਮ ਹਾਰਟਨ ਦੇ, ਇਸ ਮਾਮਲੇ ਦੇ ਵਿੱਚ ਦੱਸਿਆ ਕਿ ਜਦੋਂ ਇਹ ਉੱਥੇ ਜਾਂਦਾ ਆ ਤੇ ਇਹ ਜਿਹੜੀ ਸਟਾਰਬਕਸ ਤੇ ਡੰਕਨ ਡੋਨਟ ਦੇ ਨਾਲ ਇਹ ਕੰਪੀਟੀਸ਼ਨ ਇਹਨਾਂ ਦਾ ਹੋਊਗਾ। ਪਹਿਲਾ
ਜੂਨ ਤੇ ਜੁਲਾਈ ਦੇ ਵਿੱਚ ਐਸੇ ਸਾਲ ਦੱਸਦੇ ਆ ਕਿ ਇਹਨਾਂ ਦਾ ਰੈਸਟੋਰੈਂਟ ਦਿੱਲੀ ਦੇ ਵਿੱਚ ਖੁੱਲ੍ਹਣ ਦੀ ਆਸ ਆ। ਤੇ ਜਦੋਂ ਦਿੱਲੀ ਦੇ ਵਿੱਚ ਖੁੱਲ੍ਹ ਗਿਆ ਉਹਦੇ ਨਾਲ ਹੀ ਅਗਲਾ ਰੈਸਟੋਰੈਂਟ ਇਹਨਾਂ ਨੇ ਖਾਸ ਅਨਾਊਂਸਮੈਂਟ ਕੀਤੀ ਹੈ ਵੀ ਉਹ ਪੰਜਾਬ ਦੇ ਵਿੱਚ ਖੁੱਲ੍ਹੂਗਾ। ਸੋ ਟਿਮ ਹਾਰਟਨ ਐਸੇ ਸਾਲ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਵੀ ਮਿਲੇਗਾ। ਪੰਜਾਬ ਦੇ ਵਿੱਚ ਕਿਹੜੇ ਥਾਂ ਦੇ ਉੱਤੇ ਖੁੱਲ੍ਹਦਾ ਇਹਦੇ ਬਾਰੇ ਹਜੇ ਵਿਸਥਾਰ ਨਹੀਂ ਆਇਆ। ਤੇ 120 ਬ੍ਰਾਂਚਿਸ ਜਿੱਦਾਂ ਦੱਸਿਆ ਕਿ ਪਹਿਲਾਂ, ਤੇ ਫਿਰ ਹੌਲੀ ਹੌਲੀ 250-300 ਹੋਰ ਕਰਦੇ ਕਰਦੇ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੇ ਜਿਹੜਾ ਆਪਣਾ ਫੈਲਾਅ ਉੱਥੇ ਕਰਨਾ ਆ। ਆਪਣੇ ਆਪ ਦੇ ਵਿੱਚ ਜਿਹੜਾ ਕੌਫੀ ਹਾਊਸ ਬ੍ਰਾਂਡ ਆ ਬਹੁਤ ਮਸ਼ਹੂਰ, ਤੇ ਇਹਦੇ ਨਾਲ ਹੀ ਜਦੋਂ ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਬ੍ਰਾਂਡ ਇਸ ਵੇਲੇ ਇੰਡੀਆ ਦੇ ਵਿੱਚ ਪਹੁੰਚੇ ਆ ਤੇ ਉੱਥੇ ਪਹਿਲਾਂ ਹੀ ਆਲਰੇਡੀ ਕੰਮ ਕਰ ਰਹੇ ਆ, ਤੇ ਇਹ ਵੀ ਇੱਕ ਉੱਥੇ ਪਹੁੰਚ ਜਾਣਾ। 2011 ਦੇ ਵਿੱਚ ਸਟਾਰਬਕਸ ਕਾਰਪੋਰੇਸ਼ਨ ਨੇ ਟਾਟਾ ਕਾਫੀ ਦੇ ਨਾਲ ਮਿਲ ਕੇ ਅਨਾਊਂਸ ਕੀਤਾ ਸੀ ਵੀ ਅਸੀਂ ਸਟਾਰਬਕਸ ਉੱਥੇ ਸ਼ੁਰੂ ਕਰਨਾ ਆ। 12 ਦੇ ਵਿੱਚ ਫਿਰ ਇਹਨਾਂ ਨੇ 50-50 ਜੁਆਇੰਟ ਵੈਂਚਰ ਸਟਾਰਬਕਸ ਨੇ ਕਰ ਲਿਆ ਸੀ ਟਾਟਾ ਗਲੋਬਲ ਦੇ ਨਾਲ, ਤੇ ਆਖਰਕਾਰ ਜਿਹੜਾ ਸਟਾਰਬਕਸ ਟਾਟਾ ਅਲਾਇੰਸ ਦੇ ਨਾਲ ਨਾਲ ਇਹਨਾਂ ਨੇ ਸ਼ੁਰੂ ਕੀਤਾ ਸੀ। ਸੋ ਇੰਡੀਅਨ ਮਾਰਕੀਟ ਦੇ ਵਿੱਚ 2007 ਦੇ ਵਿੱਚ ਪਹਿਲਾਂ ਕੋਸ਼ਿਸ਼ ਕੀਤੀ ਸੀ, ਤੇ ਫਿਰ ਇਹਨਾਂ ਨੇ 2012 ਦੇ ਵਿੱਚ ਸਟਾਰਬਕਸ ਉੱਥੇ ਪਹੁੰਚ ਗਿਆ ਸੀ ਇੰਡੀਆ ਦੇ ਵਿੱਚ, ਤੇ 4500 ਸਕੁਅਰ ਫੁੱਟ ਬਿਲਡਿੰਗ ਦੇ ਵਿੱਚ ਉੱਥੇ ਮੁੰਬਈ ਦੇ ਵਿੱਚ ਇਹਨੇ ਸ਼ੁਰੂ ਕੀਤੇ ਸੀ। ਫਿਰ ਹੌਲੀ ਹੌਲੀ ਬਾਕੀ ਥਾਵਾਂ ਦੇ ਉੱਤੇ ਇਹਨਾਂ ਦੀ ਜਿਹੜੀ ਆ ਉਹ ਪ੍ਰੈਜ਼ੈਂਸ ਵੱਧਦੀ ਗਈ। ਦਿੱਲੀ ਦੇ ਵਿੱਚ ਇਹਨਾਂ ਨੇ 2013 ਦੇ ਵਿੱਚ ਇੱਥੇ ਟਰਮੀਨਲ 3 ਦੇ ਉੱਤੇ, ਜਿੱਥੋਂ ਆਪਾਂ ਇੱਧਰ ਨੂੰ ਆਉਣ ਲਈ ਫਲਾਈਟਸ ਲੈਂਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ, ਉੱਥੇ ਆਪਣੀ ਲੋਕੇਸ਼ਨ ਖੋਲ੍ਹੀ ਸੀ। ਫਿਰ ਕਨੌਟ ਪਲੇਸ ਦੇ ਵਿੱਚ, ਤੇ ਫਿਰ ਬਾਕੀ ਥਾਵਾਂ ਦੇ ਵਿੱਚ ਜਿਹੜਾ ਇਹ ਸਾਰਾ ਕੁਛ ਕੀਤਾ ਸੀ। ਔਰ ਵੱਡੀ ਇਨਵੈਸਟਮੈਂਟ ਇਹਨਾਂ ਨੇ ਉੱਥੇ ਕੀਤੀ ਸੀ ਉਸ ਵੇਲੇ 53 ਮਿਲੀਅਨ US$ ਦੀ। ਹੁਣ ਇਹਦੇ ਨਾਲ ਨਾਲ ਇੱਕ ਚੰਗੀ ਖਬਰ ਕਿ ਉਹ ਟਿਮ ਹਾਰਟਨ ਜਿਹੜਾ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਆਨੰਦ ਮਾਣਦੇ ਹੋ, ਉਹਨੂੰ ਤੁਸੀਂ ਉੱਥੇ ਇੰਡੀਆ ਦੇ ਵਿੱਚ ਜਾ ਕੇ, ਦਿੱਲੀ ਦੇ ਵਿੱਚ ਜਾ ਕੇ, ਤੇ ਪੰਜਾਬ ਦੇ ਵਿੱਚ ਜਾ ਕੇ ਵੀ ਟਿਮ ਹਾਰਟਨ ਦੀ ਕੌਫੀ ਪੀ ਸਕਦੇ ਹੋ। ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਮੰਦਭਾਗੀ ਖਬਰ ਆਈ ਸੀ ਕਿ ਓਨਟਾਰੀਓ ਦੇ ਵਿੱਚ ਜਿਹੜੀ 5 ਜਣਿਆਂ ਦੀ ਮੌਤ ਹੋ ਗਈ ਸੀ। ਅੰਤਰਰਾਸ਼ਟਰੀ ਵਿਦਿਆਰਥੀ ਸੀ, ਵੈਨ ਦਾ ਐਕਸੀਡੈਂਟ ਹਾਈਵੇ 401 ਦੇ ਉੱਤੇ ਹੋ ਗਿਆ ਸੀ, ਤੇ ਹੁਣ ਉਹਨਾਂ ਦੀਆਂ ਬੋਡੀਜ਼ ਨੂੰ ਇੰਡੀਆ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ। ਜਿਹੜੇ ਉਹਨਾਂ ਦੇ ਕਾਲਜ ਸੀਗੇ ਉਹ ਪ੍ਰਬੰਧ ਕਰ ਰਹੇ ਆ। 3 ਜਿਹੜੇ ਇੱਕ ਕਾਲਜ ਦੇ ਵਿੱਚ ਸਟੂਡੈਂਟ ਪੜ੍ਹਦੇ ਸੀਗੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਦੀਆਂ ਬੋਡੀਜ਼ ਉੱਥੇ ਭੇਜਣ ਦੀ ਜਿੰਨੀ ਕਾਸਟ ਆ ਉਹ ਸਾਰੀ ਦੇਵਾਂਗੇ। ਉਹਦੇ ਬਾਰੇ ਹੁਣ ਹੌਲੀ ਹੌਲੀ ਇਹ ਖੋਜਬੀਨ ਚੱਲ ਰਹੀ ਹੈ ਕਿ ਐਕਸੀਡੈਂਟ ਹੋਇਆ ਕਿਉਂ ਸੀ। ਇੱਕ ਖਾਸ ਗੱਲ ਉਹਦੇ ਬਾਰੇ ਸਾਹਮਣੇ ਇਹ ਆਈ ਹੈ, ਕਹਿੰਦੇ ਜਦੋਂ ਐਕਸੀਡੈਂਟ ਹੋਇਆ ਉਸ ਹਾਈਵੇ ਦੇ ਉੱਤੇ, ਜਦੋਂ ਐਕਸੀਡੈਂਟ ਹੋਣ ਤੋਂ ਪਹਿਲਾਂ ਉੱਥੇ ਵੈਨ ਰੁਕੀ ਆ, ਤੇ ਵੈਨ ਰੁਕਣ ਤੋਂ ਬਾਅਦ ਇੱਕ ਵਿਅਕਤੀ ਉਸ ਵੈਨ ਦੇ ਵਿੱਚੋਂ ਬਾਹਰ ਆਇਆ ਆ, ਤੇ ਜਦੋਂ ਐਕਸੀਡੈਂਟ ਹੋਇਆ ਉਸ ਵੇਲੇ ਡਰਾਈਵਰ ਤੇ ਉਹਦਾ ਬਚਾਅ ਹੋ ਗਿਆ, ਤੇ ਬਾਕੀਆਂ ਦੀ ਉਹਦੇ ਵਿੱਚ ਮੌਤ ਹੋ ਗਈ ਸੀ। 2 ਜਣੇ ਉਹਦੇ ਵਿੱਚ ਜ਼ਖਮੀ ਹੋਏ ਆ। ਹੁਣ ਉਹ ਕਿਉਂ ਉੱਥੇ ਵੈਨ ਰੁਕੀ, ਉਹ ਇੱਕ ਜਣਾ ਉਹਨਾਂ ਦੇ ਵਿੱਚੋਂ ਬਾਹਰ ਕਿਉਂ ਉਤਰਿਆ, ਇਹ ਕਾਰਨ ਹਜੇ ਤੱਕ ਸਪਸ਼ਟ ਨਹੀਂ ਹੋ ਸਕੇ। ਪਰ ਫਿਰ ਵੀ ਹੁਣ ਹੌਲੀ ਹੌਲੀ ਉਹਦੇ ਉੱਤੇ ਜਿੱਦਾਂ ਇਹਦੇ ਬਾਰੇ ਜਿਹੜੀ ਖੋਜਬੀਨ ਚੱਲ ਰਹੀ ਹੈ ਕਿ ਇਹ ਹਾਦਸਾ, ਮੰਦਭਾਗਾ ਹਾਦਸਾ ਕਿਉਂ ਵਾਪਰਿਆ, ਉਹਦੇ ਬਾਰੇ ਕੁਝ ਅਪਡੇਟਸ ਹੌਲੀ ਹੌਲੀ ਆ ਰਹੀਆਂ ਆ। ਤੇ ਜਿੰਨਾ ਚਿਰ ਇਹ ਸਾਰਾ ਕੁਝ ਪ੍ਰਬੰਧ ਹੋ ਰਿਹਾ, ਉਹਨਾਂ ਦੀ ਬੋਡੀਜ਼ ਨੂੰ ਇੰਡੀਆ ਪਹੁੰਚਾਉਣ ਦਾ ਇਹਦੇ ਵਿੱਚ ਕਹਿੰਦੇ ਸਮਾਂ ਲੱਗ ਜਾਣਾ, ਕਾਫੀ ਪ੍ਰੋਸੈਸ ਬਹੁਤ ਲੰਬਾ ਆ। ਤਾਂ ਸਿਰਫ ਜਿਹੜਾ ਦੁੱਖ ਤੇ ਹੰਝੂ ਉਹਨਾਂ ਚਿਰ ਜ਼ਰੂਰ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਨੇ। ਸੋ ਜਦੋਂ ਵੀ ਜਿਹੜੇ ਇਹ ਵਿਦਿਆਰਥੀ ਇੱਥੇ ਆਉਂਦੇ ਆ, ਹੋਮ ਸਿਕਨੈਸ ਹੁੰਦੀ ਆ, ਬਹੁਤ ਸਾਰਾ ਪ੍ਰੈਸ਼ਰ ਹੁੰਦਾ ਇਹਨਾਂ ਦੇ ਉੱਤੇ, ਕੰਮ ਦਾ, ਪੜ੍ਹਾਈ ਦਾ, ਆਪਣੀਆਂ ਫੀਸ ਦਿੰਦੇ ਆ, ਲੋਨਲੀਨੈਸ ਹੁੰਦੀ ਹੈ, ਇਕੱਲਤਾ ਹੁੰਦੀ ਆ, ਸਾਰਾ ਕੁਛ ਜਿਹੜਾ ਇੱਕ ਇਮੋਸ਼ਨਲੀ ਬਹੁਤ ਵੱਖਰੀ ਜੀ ਸਿਚੁਏਸ਼ਨ ਹੁੰਦੀ ਆ। ਮੌਂਟਰੀਅਲ ਦੇ ਜਿਹੜੇ ਕੈਨੇਡਾ ਕਾਲਜ ਆ, ਉਹਨਾਂ ਨੇ ਕਨਫਰਮ ਕੀਤਾ ਕਿ 3 ਜਿਹੜੇ ਉੱਥੋਂ ਦੇ ਸਟੂਡੈਂਟ ਸੀ, ਚੌਥਾ ਜਿਹੜਾ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਸੀ ਕਿ 8 ਜਣੇ ਉਸ ਵੇਲੇ ਵੈਨ ਦੇ ਵਿੱਚ ਸਫ਼ਰ ਕਰ ਰਹੇ ਸੀ। 3:45 ਤੇ ਤੜਕੇ ਸ਼ਨੀਵਾਰ ਨੂੰ ਜਦੋਂ ਇਹ ਟਰੈਕਟਰ ਟ੍ਰੇਲਰ ਦੇ ਨਾਲ ਲੱਗੇ ਆ, ਤੇ ਹੁਣ ਇਹ ਰੁਕਦੀ ਆ, ਇੱਕ ਲਾਈਵ ਲੇਨ ਦੇ ਉੱਤੇ ਰੁਕਦੀ ਆ, ਤੇ ਉਹਦੇ ਤੋਂ ਬਾਅਦ ਉਹ ਇੱਕ ਜਣਾ ਉਹਨਾਂ ਦੇ ਵਿੱਚੋਂ ਬਾਹਰ ਨਿਕਲਦਾ, ਤੇ ਦੂਜਾ ਡਰਾਈਵਰ ਵੀ ਇਹਦਾ ਜਿਹੜਾ ਸੀਗਾ ਉਹਦੇ ਵੀ ਜ਼ਖਮੀ ਹੋਇਆ ਸੀ। 5 ਜਣਿਆਂ ਦੀ ਇਹਦੇ ਵਿੱਚ ਮੌਤ ਹੋਈ ਸੀ, 2 ਜਣੇ ਸੀਰੀਅਸਲੀ ਇੰਜਰਡ ਹੋਏ ਸੀ। ਇਹਦੇ ਬਾਰੇ ਹੁਣ ਗੱਲਾਂ ਬਾਤਾਂ ਹੋਰ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਕੀ ਕਾਰਨ ਸੀਗਾ, ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ, ਤੇ ਉਹਨਾਂ ਦੇ ਲਈ ਹੁਣ ਮਦਦ ਵੀ ਕੀਤੀ ਜਾ ਰਹੀ ਹੈ ਆਰਥਿਕ ਰੂਪ ਦੇ ਵਿੱਚ, ਤੇ ਉਹਨਾਂ ਦੀਆਂ ਬੋਡੀਜ਼ ਨੂੰ ਇੰਡੀਆ ਪਹੁੰਚਾਉਣ ਦਾ ਯਤਨ ਵੀ ਕੀਤਾ ਜਾ ਰਿਹਾ। ਯੂਕਰੇਨ ਤੇ ਰੂਸ ਦੇ ਯੁੱਧ ਦਾ ਅਸਰ ਅਮਰੀਕਾ ਕੈਨੇਡਾ ਦੇ ਉੱਤੇ ਪੈ ਰਿਹਾ, ਕਿਉਂਕਿ ਇੱਥੇ ਗੈਸ ਦੀਆਂ ਕੀਮਤਾਂ ਉੱਤੇ ਜਾ ਰਹੀਆਂ। ਆਇਲ ਬਹੁਤਾ ਰਸ਼ੀਆ ਤੋਂ ਆਉਂਦਾ ਆ, ਹੁਣ ਜਦੋਂ ਉਹਦੇ ਉੱਤੇ ਬੈਨ ਲਾ ਦਿੱਤਾ, ਸੈਂਕਸ਼ਨਸ ਲਾ ਦਿੱਤੀਆਂ, ਤਾਂ ਸਮੱਸਿਆ ਇੱਥੇ ਆਉਣੀ ਕੁਦਰਤੀ ਸੀ। ਹੁਣ ਗੱਲਬਾਤ ਇਹ ਚੱਲ ਰਹੀ ਆ ਵੀ ਇਹ ਕਮੀ ਪੂਰੀ ਕਿੱਥੋਂ ਕੀਤੀ ਜਾਵੇ। ਅਮਰੀਕਾ ਦੇ ਵਿੱਚ ਇੱਕ ਪਾਈਪਲਾਈਨ ਜਿਹੜੀ ਇੱਥੋਂ ਅਲਬਰਟਾ ਤੋਂ ਅਮਰੀਕਾ ਨੂੰ ਜਾਂਦੀ ਆ,
ਉਹਨੂੰ ਕੀਸਟੋਨ ਐਕਸਐਲ ਪਾਈਪਲਾਈਨ ਕਹਿੰਦੇ ਆ। ਅਮਰੀਕਾ ਦੇ ਵਿੱਚ ਰਹਿਣ ਵਾਲੇ ਬਹੁਤੇ ਲੋਕ ਮੰਗ ਕਰ ਰਹੇ ਆ ਵੀ ਇਹਦੇ ਥਰੂ ਕੈਨੇਡਾ ਤੋਂ ਜਿਹੜਾ ਤੇਲ ਆ ਉਹ ਇੱਧਰਲੇ ਪਾਸੇ ਲਿਆਂਦਾ ਜਾਵੇ ਤੇ ਸਾਡੀ ਮੰਗ ਪੂਰੀ ਕੀਤੀ ਜਾਵੇ। ਕੀਸਟੋਨ ਐਕਸਲ ਪਾਈਪਲਾਈਨ ਬਹੁਤ ਚਰਚਾ ਦੇ ਵਿੱਚ ਰਹੀ ਹੈ। ਪਹਿਲਾਂ ਇਹਨੂੰ ਬੰਦ ਕੀਤਾ ਗਿਆ ਸੀ, ਫਿਰ ਟਰੰਪ ਸਾਹਿਬ ਜਦੋਂ ਆਏ ਸੀ, ਰਾਸ਼ਟਰਪਤੀ ਟਰੰਪ ਆਏ, ਉਹਨਾਂ ਨੇ ਇਹਨੂੰ ਖੋਲ੍ਹ ਦਿੱਤਾ ਸੀ। ਹੁਣ ਜਦੋਂ ਜੋ ਬਾਈਡਨ ਰਾਸ਼ਟਰਪਤੀ ਬਣੇ ਤੇ ਉਹਨਾਂ ਨੇ ਫਿਰ ਇਹਨੂੰ ਸਪਲਾਈ ਦੇ ਉੱਤੇ ਜਿਹੜਾ ਆਪਣੇ ਨਿਯਮ ਲਾਗੂ ਕਰ ਦਿੱਤੇ ਸੀ। ਕੀਸਟੋਨ ਪਾਈਪਲਾਈਨ ਇਸ ਵੇਲੇ ਚਰਚਾ ਦੇ ਵਿੱਚ ਆ। ਆਇਲ ਪਾਈਪਲਾਈਨ ਸਿਸਟਮ ਆ, ਯੂਨਾਈਟਡ ਸਟੇਟਸ ਦੇ ਵਿੱਚ ਜਾਂਦਾ ਤੇ TC ਐਨਰਜੀ ਦੁਆਰਾ ਇਹਨੂੰ ਓਨ ਕੀਤਾ ਜਾਂਦਾ। ਜਿਹੜਾ ਇੱਥੋਂ ਇਹ ਪਾਈਪਲਾਈਨ ਇੱਧਰੋਂ ਵੈਸਟਰਨ ਕੈਨੇਡਾ ਸੈਡੀਮੈਂਟਰੀ ਬੇਸਿਨ ਅਲਬਰਟਾ ਦੇ ਵਿੱਚੋਂ ਰਿਫਾਈਨਰੀ ਜਿਹੜੀ ਆ ਇਲੀਨੋਇਸ ਤੇ ਟੈਕਸਸ ਦੇ ਵਿੱਚ ਜਾਂਦੀ ਆ। ਹੁਣ ਕਿਹਾ ਜਾ ਰਿਹਾ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ ਉਹਨਾਂ ਨੇ ਇਹ ਕਿਹਾ ਕਿ ਪ੍ਰੋਵਿੰਸ ਦੇ ਕੋਲ ਇਸ ਵੇਲੇ ਇੰਨੀ ਤਾਕਤ ਹੈਗੀ ਆ ਕਿ ਉਹਦੀ ਕਪੈਸਿਟੀ ਵਧਾ ਸਕਦੇ ਆ। ਉਹ ਕਹਿੰਦੇ ਅਸੀਂ ਇਹਨੂੰ ਅੰਡਰ ਯੂਟੀਲਾਈਜ਼ ਕਰ ਰਹੇ ਹਾਂ, ਜਿੰਨੀ ਇਹਦੀ ਕਪੈਸਿਟੀ ਆ, ਜਿੰਨਾ ਆਇਲ ਇੱਥੋਂ ਜਾ ਸਕਦਾ ਆ ਉਹਨਾਂ ਨਹੀਂ ਜਾ ਰਿਹਾ। ਉਹ ਕਹਿੰਦੇ 2 ਲੱਖ ਬੈਰਲ ਜਿਹੜੀ ਇੱਕ ਦਿਨ ਦੀ ਇਹਦੀ ਕਪੈਸਿਟੀ ਹੈਗੀ ਆ, ਅਸੀਂ ਇਹਨੂੰ ਵਧਾ ਸਕਦੇ ਹਾਂ। ਇਹ ਵੀ ਦੱਸਦੇ ਆ ਕਿ ਜਿਹੜੀਆਂ ਇਹਨੂੰ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਉਹ ਇਸ ਪਾਈਪਲਾਈਨ ਤੋਂ ਪਹਿਲਾਂ ਹੀ ਲੈ ਹੀ ਰਹੇ ਆ ਸਾਰਾ ਕੁਝ, ਤੇ ਉਹਨਾਂ ਨੂੰ ਬਹੁਤ ਵੱਡੀਆਂ ਕੋਈ ਚੇਂਜਸ ਕਰਨ ਦੀ ਲੋੜ ਹੀ ਨਹੀਂ। ਉਹ ਕਹਿੰਦੇ ਕੁਝ ਟੈਕਨੀਕਲ ਚੇਂਜਸ ਆ ਜਿਹੜੀਆਂ ਇੱਥੋਂ ਹੁੰਦੀਆਂ ਆ ਤੇ ਉਹਦੇ ਤੋਂ ਬਾਅਦ ਇਹਦੀ ਕਪੈਸਿਟੀ ਨੂੰ 10% ਵਧਾਇਆ ਜਾ ਸਕਦਾ, ਜੇਸਨ ਕੈਨੀ ਕਹਿ ਰਹੇ ਆ। ਜਦ ਕਿ ਜਿਹੜੇ ਇੰਡਸਟਰੀ ਦੇ ਐਕਸਪਰਟ ਇਹ ਕਹਿ ਰਹੇ ਆ ਕਿ ਸਿਰਫ 5% ਰੂਮ ਆ ਇਹਦੇ ਵਿੱਚ ਇਹਦੀ ਕਪੈਸਿਟੀ ਨੂੰ ਵਧਾਉਣ ਦਾ, ਪਰ ਫਿਰ ਵੀ ਇਹਦੇ ਵਿੱਚੋਂ ਇਹਦੀ ਵਰਤੋਂ ਕੀਤੀ ਜਾ ਸਕਦੀ ਆ। ਇਹਦੀ ਇਸ ਵੇਲੇ ਪਾਈਪਲਾਈਨ ਦੀ ਕਪੈਸਿਟੀ ਨੂੰ ਵਧਾਇਆ ਜਾ ਸਕਦਾ। ਦੂਜੇ ਪਾਸੇ ਅਮਰੀਕਾ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਜਿਹੜੇ ਉੱਥੋਂ ਦੇ ਬਹੁਤ ਸਾਰੇ ਲੋਕ ਆ ਉਹ ਮੰਗ ਕਰ ਰਹੇ ਕਿ ਇੱਧਰੋਂ ਹੁਣ ਕੈਨੇਡਾ ਤੋਂ ਮਦਦ ਲਈ ਜਾਵੇ। US ਦੀਆਂ ਜਿਹੜੀਆਂ ਰਿਫਾਈਨਰੀਜ਼ ਨੇ ਉਹ ਕੈਨੇਡੀਅਨ ਆਇਲ ਲੈਣ ਦੇ ਲਈ ਬਣੀਆਂ ਆ, ਉੱਥੇ ਕੋਈ ਰਿਜੈਕਸ਼ਨ ਦਾ ਸਵਾਲ ਨਹੀਂ ਪੈਦਾ ਹੁੰਦਾ। ਇਸ ਵੇਲੇ ਦੋਵੇਂ ਪਾਸੇ ਜਿਹੜੀ ਵਿਨ ਸਿਚੁਏਸ਼ਨ ਆ, ਰਿਫਾਈਨਰੀਜ਼ ਦੇ ਕੋਲ ਤੇ ਇੱਧਰ ਅਲਬਰਟਾ ਦੇ ਕਰੂਡ ਆਇਲ ਕੋਲ ਵੀ ਉਹਨਾਂ ਦੀ ਲੋੜ ਪੂਰੀ ਹੁੰਦੀ ਆ। ਇਹਨਾਂ ਦਾ ਕਰੂਡ ਆਇਲ ਜਿਹੜਾ ਚੰਗੇ ਭਾਅ ਦੇ ਉੱਤੇ ਜਾਂਦਾ ਆ। ਜਦੋਂ ਰਾਸ਼ਟਰਪਤੀ ਬਾਈਡਨ ਚੁਣੇ ਗਏ ਸੀ ਤਾਂ ਉਹਨਾਂ ਨੇ ਰਿਵੋਕ ਕਰ ਦਿੱਤੀ ਸੀ ਇਹਦੇ ਪਰਮਿਟ ਨੂੰ ਕੀਸਟੋਨ ਐਕਸਲ ਪਾਈਪਲਾਈਨ ਦੇ। ਪਹਿਲੇ ਜਿਹੜੇ ਕੁਛ ਕੰਮ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੇ ਸੀ ਉਹਨਾਂ ਦੇ ਵਿੱਚੋਂ ਇਹ ਸੀਗਾ ਕਿ ਜਿਹੜੀ ਤੇਲ ਵਾਲੀ ਪਾਈਪਲਾਈਨ ਅਲਬਰਟਾ ਤੋਂ ਅਮਰੀਕਾ ਨੂੰ ਜਾਂਦੀ ਆ ਇਹਨੂੰ ਰਿਵੋਕ ਕੀਤਾ ਸੀ। ਹੁਣ ਜਿਹੜੀਆਂ ਆਇਲ ਉੱਥੇ ਅਲਬਰਟਾ ਤੋਂ ਟੈਕਸਸ ਦੇ ਵਿੱਚ ਜਿਹੜੀਆਂ ਇਹ ਜਾਂਦੀ ਆ, ਅਮਰੀਕਾ ਦੇ ਵਿੱਚ ਇੱਕ ਪੋਲ ਕਰਾਈ ਉਹਨਾਂ ਨੇ, ਲੋਕਾਂ ਤੋਂ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਆ। ਉਹਦੇ ਵਿੱਚੋਂ 71% ਲੋਕ ਇਹ ਕਹਿ ਰਹੇ ਆ ਕਿ ਹੁਣ ਰਾਸ਼ਟਰਪਤੀ ਜੋ ਬਾਈਡਨ ਨੂੰ ਉਹਨੂੰ ਗ੍ਰੀਨ ਲਾਈਟ ਦੇ ਦੇਣੀ ਚਾਹੀਦੀ ਆ। ਜਿਹੜਾ ਤੇਲ ਅਲਬਰਟਾ ਤੋਂ ਅਮਰੀਕਾ ਆਉਣ ਲਈ ਬੰਦ ਕੀਤਾ ਸੀ ਉਹਨੂੰ ਖੋਲ੍ਹ ਦੇਣਾ ਚਾਹੀਦਾ, ਕਹਿ ਦੇਣਾ ਚਾਹੀਦਾ ਵੀ ਇਹ ਆ ਜਾਵੇ। ਰਾਸ਼ਟਰਪਤੀ ਜੋ ਬਾਈਡਨ ਇਹਦੇ ਉੱਤੇ ਮੰਨਦੇ ਆ ਕਿ ਨਹੀਂ ਮੰਨਦੇ ਹਜੇ ਤੱਕ ਨਹੀਂ ਪਤਾ, ਪਰ ਇਹ ਪ੍ਰੋਜੈਕਟ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਕਾਫੀ ਵੱਡਾ ਪ੍ਰੋਜੈਕਟ ਹੈਗਾ ਆ। ਇਹਦੇ ਉੱਤੇ ਲਗਾਤਾਰ ਯਤਨ ਹੋਇਆ ਸੀ ਅਲਬਰਟਾ ਵਾਲੇ ਪਾਸਿਓਂ ਵੀ ਇਹ ਚੱਲਦੀ ਰਹੇ, ਇਹਦੇ ਵਿੱਚ ਹੋਰ ਜਿਹੜਾ ਆਇਲ ਆ ਉਹ ਜਾਂਦਾ ਰਹੇ। ਤੇ ਹਾਲਾਂਕਿ ਜੇਸਨ ਕੈਨੀ ਉਹਨਾਂ ਨੇ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਐਕਸਪੈਂਸ਼ਨ ਆ ਉਹਦੀ ਗੱਲਬਾਤ ਵੀ ਕੀਤੀ ਆ ਵੀ ਉਹ ਵੀ ਅਗਲੇ ਸਾਲ ਪੂਰੀ ਹੋ ਜਾਣੀ ਹੈ। ਉਹਦੇ ਨਾਲ ਵੀ ਜਿਹੜਾ 5 ਲੱਖ ਬੈਰਲ ਆਇਲ ਦੇ ਸ਼ਿਪ ਕੀਤੇ ਜਾਣਗੇ ਗਲੋਬਲ ਮਾਰਕੀਟ ਨੂੰ ਤੇ ਇੱਧਰ ਵੈਸਟ ਕੋਸਟ ਵਾਲੇ ਪਾਸਿਓਂ। ਤੇ ਹੁਣ ਕਿਉਂਕਿ ਬਹੁਤੇ ਲੋਕ ਇਸ ਗੱਲ ਦੀ ਮੰਗ ਕਰ ਰਹੇ ਆ ਵੀ ਇਸ ਪਾਈਪਲਾਈਨ ਨੂੰ ਰਾਸ਼ਟਰਪਤੀ ਜੋ ਬਾਈਡਨ ਹਰੀ ਝੰਡੀ ਦੇ ਦੇਣ, ਤਾਂ ਦੇਖਣ ਵਾਲੀ ਗੱਲ ਆ ਕਿ ਇਹਦਾ ਕੀ ਨਤੀਜਾ ਨਿਕਲਦਾ। ਮਾਰੂ ਪੋਲਸ ਨੇ ਇਹ ਸਰਵੇ ਕੀਤਾ ਸੀ, 1508 ਅਮਰੀਕਨਸ ਨੂੰ ਦੱਸਿਆ ਸੀ ਤੇ 3% ਤਾਂ ਉਹਨਾਂ ਨੇ ਜਿਹੜਾ ਮਾਰਜਨ ਆਫ ਐਰਰ ਦੱਸਿਆ ਸੀ। ਮੁੱਕਦੀ ਗੱਲ ਮੈਜੋਰਟੀ ਅਮਰੀਕਾ ਵਾਲੇ ਹੁਣ ਇਹ ਚਾਹੁਣ ਲੱਗ ਪਿਆ ਕਿ ਇਹ ਪਾਈਪਲਾਈਨ ਦੀ ਵਰਤੋਂ ਕੀਤੀ ਜਾਵੇ, ਸਾਨੂੰ ਕੈਨੇਡਾ ਤੋਂ ਮਦਦ ਮਿਲੇ। ਵਾਤਾਵਰਨ ਦੀ ਤਬਦੀਲੀ ਦਾ ਸਾਰੇ ਲੋਕਾਂ ਦੇ ਉੱਤੇ ਅਸਰ ਪੈ ਰਿਹਾ ਔਰ ਬਹੁਤ ਮਾੜਾ ਅਸਰ ਪੈ ਰਿਹਾ, ਔਰ ਅਸਰ ਕਈ ਤਰੀਕਿਆਂ ਨਾਲ ਪੈ ਰਿਹਾ। ਇੱਕ ਤਾਂ ਸਿੱਧਾ ਅਸਰ ਪੈ ਰਿਹਾ ਕਿ ਗਰਮੀ ਵੱਧ ਰਹੀ ਹੈ ਜਾਂ ਠੰਡ ਵੱਧ ਰਹੀ ਹੈ ਜਾਂ ਜਿਹੜਾ ਸਨੋ ਜ਼ਿਆਦਾ ਪੈ ਰਹੀ ਹੈ। ਕੁਛ ਬੜੇ ਟੇਢੇ ਅਸਰ ਪੈ ਰਿਹਾ। ਕਲਾਈਮੇਟ ਚੇਂਜ ਦਾ ਇੱਕ ਬਹੁਤ ਵੱਡਾ ਅਸਰ ਇਸ ਵੇਲੇ ਲੋਕਾਂ ਦੇ ਉੱਤੇ ਐਲਰਜੀ ਨੂੰ ਪੈ ਰਿਹਾ। ਜਿਹੜੇ ਪੋਲਨ ਨੇ ਉਹਦਾ ਕਾਊਂਟ ਵੱਧ ਜਾਂਦਾ ਇਸ ਵੇਲੇ ਜਦੋਂ ਮੌਸਮ ਆ, ਇਸ ਵੇਲੇ ਸਪਰਿੰਗ ਹੈਗਾ ਸੀਜ਼ਨ ਤੇ ਇਹਦੇ ਵਿੱਚ ਫੁੱਲ ਨਿਕਲਦੇ ਆ। ਉਸ ਵੇਲੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਬੂਰ ਜਿਹਾ ਜਿਹਨੂੰ ਪਰਾਗ ਕਣ ਕਹਿੰਦੇ ਆ ਉਹ ਹਵਾ ਦੇ ਵਿੱਚ ਨਿਕਲਦਾ ਆ, ਫਸਲਾਂ ਦੇ ਵਿੱਚੋਂ ਵੀ, ਫੁੱਲਾਂ ਦੇ ਵਿੱਚੋਂ ਵੀ, ਦਰਖਤਾਂ ਦੇ ਵਿੱਚੋਂ ਵੀ। ਉਹ ਹਵਾ ਦੇ ਵਿੱਚ ਹੋਣ ਨਾਲ ਬਹੁਤ ਸਾਰੇ ਲੋਕਾਂ ਦੇ ਜਦੋਂ ਸਾਹ ਨਾਲ ਅੰਦਰ ਜਾਂਦਾ ਉਹਨਾਂ ਨੂੰ ਐਲਰਜੀ ਹੋ ਜਾਂਦੀ ਹੈ। ਸਾਲ ਦੇ ਇਸ ਸੀਜ਼ਨ ਦੇ ਵਿੱਚ ਦੱਸਦੇ ਆ ਕਿ ਉਹਨਾਂ ਪੋਲਨਸ ਦੇ ਨਾਲ ਐਲਰਜੀ ਹੁੰਦੀ ਆ। ਤੇ ਹੁਣ ਜਿਹੜੇ ਕਲਾਈਮੇਟ ਸਾਇੰਟਿਸਟ ਨੇ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਵਿੱਚ, ਉਹਨਾਂ ਨੇ ਦੱਸਿਆ ਕਿ ਇਹ 15 ਤਰ੍ਹਾਂ ਦੇ ਵੱਖਰੇ ਪਲਾਂਟ ਪੋਲਨਸ ਨੂੰ ਉਹਨਾਂ ਨੇ ਅਮਰੀਕਾ ਦੇ ਵਿੱਚ ਸਟੱਡੀ ਕੀਤਾ ਕੰਪਿਊਟਰ ਸਿਮੂਲੇਸ਼ਨ ਦੇ ਨਾਲ, ਕੈਲਕੂਲੇਟਰ ਕਰਨ ਦੇ ਨਾਲ ਵੀ ਇਹ ਸੀਜ਼ਨ ਕਿੰਨਾ ਕੁ ਖਤਰਨਾਕ ਹੋ ਸਕਦਾ ਆ। ਹੁਣ ਸੀਜ਼ਨ ਕਹਿੰਦੇ ਇਸ ਕਰਕੇ ਖਤਰਨਾਕ ਹੋ ਸਕਦਾ
ਕਿਉਂਕਿ ਦੁਨੀਆ ਦੇ ਵਿੱਚ ਗਰਮੀ ਵੱਧ ਰਹੀ ਆ। ਗਰਮੀ ਵਧਣ ਦੇ ਨਾਲ ਉਹ ਜਿਹੜੀ ਫਸਲਾਂ ਨੇ ਜਾਂ ਜਿਹੜੇ ਉਹ ਫੁੱਲ ਨੇ ਜਾਂ ਜਿਹੜੇ ਦਰਖਤਾਂ ਦੇ ਉੱਤੇ ਫੁੱਲ ਨਿਕਲ ਰਹੇ ਨੇ ਬੂਟਿਆਂ ਦੇ ਉੱਤੇ, ਉਹ ਪਹਿਲਾਂ ਆ ਰਹੇ ਆ। ਜੇ ਉਹ ਪਹਿਲਾਂ ਆ ਰਹੇ ਆ ਤਾਂ ਉਹਦੇ ਵਿੱਚ ਪੋਲਨ ਵੀ ਪਹਿਲਾਂ ਨਿਕਲ ਰਹੇ ਆ। ਪੋਲੀਨੇਸ਼ਨ ਦਾ ਇੱਕ ਪ੍ਰੋਸੈਸ ਆ ਜਿਹੜਾ ਵਿਗਿਆਨੀ ਦੱਸਦੇ ਆ ਕਿ ਹਰ ਫੁੱਲ ਦੇ ਵਿੱਚੋਂ ਕੁਝ ਪਰਾਗ ਕਣ ਨਿਕਲਦੇ ਆ ਜਿਹੜੇ ਉਹਦਾ ਉਹ ਮੁੜ ਕੇ ਉੱਡ ਕੇ ਹਵਾ ਦੇ ਵਿੱਚ ਜਾ ਕੇ ਦੂਜੇ ਥਾਂ ਦੇ ਉੱਤੇ ਕਿਸੇ ਦੂਜੇ ਬੂਟੇ ਦੇ ਉੱਤੇ ਜਾਂ ਦੂਜੇ ਫੁੱਲ ਦੇ ਉੱਤੇ ਲੱਗਦੇ ਆ, ਅਤੇ ਉਹਦੇ ਤੋਂ ਬਾਅਦ ਫਿਰ ਉਹ ਉੱਥੇ ਜਿਹੜਾ ਬੀਜ ਬਣਦਾ ਆ। ਇਹ ਇੱਕ ਕੁਦਰਤੀ ਵਰਤਾਰਾ ਆ ਜਿਹੜਾ ਚੱਲਦਾ ਆ, ਅਤੇ ਮਿਲੀਅਨਸ ਆਫ ਪੋਲਨਸ ਜਿਹੜੇ ਪਰਾਗ ਕਣ ਜਾਂ ਜਿਹੜਾ ਬੂਟਿਆਂ ਦਾ ਬੂਰ ਹੁੰਦਾ ਉਹ ਹਵਾ ਦੇ ਵਿੱਚ ਇਸ ਕਰਕੇ ਉੱਡਦਾ ਰਹਿੰਦਾ ਵੀ ਉਹ ਦੂਜੇ ਬੂਟੇ ਦੇ ਉੱਤੇ ਜਾ ਕੇ ਲੱਗੇ ਅਤੇ ਉੱਥੇ ਬੀਜ ਬਣਨ। ਇਹ ਇੱਕ ਕੁਦਰਤੀ ਵਰਤਾਰਾ ਆ ਜਿਹੜਾ ਕੁਦਰਤ ਦੇ ਵਿੱਚ ਚੱਲਦਾ ਆ। ਗਰਮੀ ਜ਼ਿਆਦਾ ਪੈਣ ਨਾਲ ਅਤੇ ਪਹਿਲਾਂ ਪੈਣ ਨਾਲ ਉਹ ਵੱਧ ਰਹੇ ਆ। ਹੁਣ ਜੇ ਉਹ ਵੱਧ ਰਹੇ ਆ ਤਾਂ ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਐਲਰਜੀ ਹੁੰਦੀ ਆ ਉਹ ਵੀ ਵੱਧ ਰਹੀ ਆ। ਕਲਾਈਮੇਟ ਚੇਂਜ ਦਾ ਅਸਰ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਵੀ ਹੋ ਰਿਹਾ, ਅਤੇ ਯੂਨੀਵਰਸਿਟੀ ਮਿਸ਼ੀਗਨ ਤੋਂ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਇਸ ਗੱਲ ਦੇ ਬਾਰੇ ਵਾਰਨਿੰਗ ਦਿੱਤੀ ਆ ਕਿ ਇਹ ਮੌਸਮ ਜ਼ਿਆਦਾ ਖਤਰਨਾਕ ਹੋ ਸਕਦਾ। ਸਾਰਾ ਕੁਛ ਇਸ ਵੇਲੇ ਵਾਪਰ ਰਿਹਾ ਆ। ਕਈ ਸਟੱਡੀਜ਼ ਕੀਤੀਆਂ ਉਹਨਾਂ ਨੇ 1990 ਤੋਂ ਲੈ ਕੇ 2018 ਤੱਕ ਵੀ ਇਹ ਬੂਟਿਆਂ ਦੇ ਵਿੱਚੋਂ ਨਿਕਲਣ ਵਾਲਾ ਬੂਰ ਕਿੰਨਾ ਜ਼ਿਆਦਾ ਵਧਿਆ ਆ, ਔਰ ਦੱਸਦੇ ਆ ਕਿ ਕਲਾਈਮੇਟ ਚੇਂਜ ਦੇ ਨਾਲ ਬਹੁਤ ਜ਼ਿਆਦਾ ਇਹਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਆ। ਅਤੇ ਇਹ ਜਿਹੜਾ ਹੁਣ ਜਿਹੜਾ ਇਹ ਮਤਲਬ ਸੇਂਟ ਪੈਟਰਿਕਸ ਡੇ ਦੇ ਉੱਤੇ ਸਟਾਰਟ ਹੋਣਾ ਹੁੰਦਾ ਇਹ ਸੀਜ਼ਨ ਇਹਦਾ ਐਲਰਜੀਜ਼ ਦਾ, ਅਤੇ ਉਹ ਹੁਣ ਵੈਲੈਂਟਾਈਨ ਡੇ ਦੇ ਨੇੜੇ ਤੇੜੇ ਸ਼ੁਰੂ ਹੋ ਜਾਂਦਾ ਕਿਉਂਕਿ ਗਰਮੀ ਪਹਿਲਾਂ ਪੈਣ ਲੱਗ ਜਾਂਦੀ ਹੈ। ਸੋ ਬਹੁਤ ਸਾਰੀਆਂ ਸਟੱਡੀਜ਼ ਇਹਦੇ ਉੱਤੇ ਕੀਤੀਆਂ ਜਾ ਰਹੀਆਂ। ਇਹ ਲਗਾਤਾਰ ਇਹਦੀ ਗਿਣਤੀ ਹਵਾ ਦੇ ਵਿੱਚ ਪੋਲਨਸ ਦੀ ਵੱਧ ਰਹੀ ਆ, ਅਤੇ ਕਈ ਹਫ਼ਤੇ ਪਹਿਲਾਂ ਹੁਣ ਲੋਕਾਂ ਨੂੰ ਉਹ ਐਲਰਜੀ ਹੋਣੀ ਸ਼ੁਰੂ ਹੋ ਜਾਂਦੀ ਆ ਜਿਹੜੀ ਕਿ ਪਹਿਲਾਂ ਦੇਰੀ ਨਾਲ ਹੁੰਦੀ ਸੀ। ਇਹਦਾ ਕਾਰਨ ਸਿੱਧਾ ਗ੍ਰੀਨ ਹਾਊਸ ਗੈਸਿਸ ਹਵਾ ਦੇ ਵਿੱਚ ਜਿਹੜੀਆਂ ਛੱਡੀਆਂ ਜਾ ਰਹੀਆਂ ਆ, ਅਤੇ ਉਹ ਹਵਾ ਦੇ ਵਿੱਚ ਜਾ ਕੇ ਗਰਮੀ ਵਧਾ ਰਹੀਆਂ, ਅਤੇ ਅਲਟੀਮੇਟਲੀ ਜ਼ਿਆਦਾ ਜਿਹੜਾ ਆ ਉਹ ਵੱਧ ਰਿਹਾ। ਔਰ ਇਹ ਪੋਲਨ ਦੀ ਐਲਰਜੀ ਬਹੁਤ ਜ਼ਿਆਦਾ ਆ ਲੋਕਾਂ ਨੂੰ। 30% ਦੁਨੀਆ ਦੀ ਅਤੇ 40% ਅਮਰੀਕਾ ਦੀ ਬੱਚਿਆਂ ਦੀ ਜਿਹੜੀ ਪਾਪੂਲੇਸ਼ਨ ਆ ਉਹਨਾਂ ਨੂੰ ਪੋਲਨ ਤੋਂ ਐਲਰਜੀ ਆ। ਛਿੱਕਾਂ ਅਤੇ ਸਾਰਾ ਕੁਛ ਉਹ ਇਸ ਮੌਸਮ ਦੇ ਵਿੱਚ ਹੋ ਜਾਂਦਾ, ਅਤੇ ਇਹਦਾ ਅਲਟੀਮੇਟਲੀ ਮੈਡੀਕਲ ਕਾਸਟ ਵੱਧਦੀ ਆ ਅਤੇ ਇਕੋਨਮੀ ਦੇ ਉੱਤੇ ਵੀ ਅਸਰ ਪੈਂਦਾ ਆ। ਇਸ ਕਰਕੇ ਇਹ ਜਾਣਕਾਰੀ ਜਿਹੜੀ ਯੂਨੀਵਰਸਿਟੀ ਮਿਸ਼ੀਗਨ ਦੇ ਵਿਗਿਆਨੀ ਦੇ ਰਹੇ ਆ ਕਿ ਗਰਮੀ ਵਧਣ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਦੇ ਨਾਲ ਐਲਰਜੀ ਦੇ ਉੱਤੇ ਵੀ ਸਿੱਧਾ ਅਸਰ ਪੈ ਰਿਹਾ। ਅੱਜ ਇੱਕ ਬਹੁਤ ਮਹੱਤਵਪੂਰਨ ਸੂਚਨਾ ਆਈ ਆ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਅਨਾਊਂਸ ਕਰਨ ਜਾ ਰਹੀ ਆ। ਹੋ ਸਕਦਾ ਕੱਲ੍ਹ ਨੂੰ ਇਹ ਅਨਾਊਂਸਮੈਂਟ ਆ ਜਾਵੇ, ਪਰ ਸੂਤਰ ਖਬਰਾਂ ਪਹਿਲਾਂ ਦੱਸ ਰਹੇ ਆ ਕਿ ਹੁਣ ਕੈਨੇਡਾ ਦੇ ਵਿੱਚ ਪਹੁੰਚਣ ਦੇ ਲਈ ਪ੍ਰੀ ਅਰਾਈਵਲ ਕੋਵਿਡ-19 ਦੇ ਟੈਸਟ ਦੀ ਲੋੜ ਨਹੀਂ ਆ। 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਦੀ ਪੈਂਡੈਮਿਕ ਸ਼ੁਰੂ ਹੋਈ ਆ। ਕੈਨੇਡਾ ਦੇ ਵਿੱਚ ਦਾਖਲ ਹੋਣ ਦੇ ਲਈ ਕਈ ਤਰ੍ਹਾਂ ਦੀਆਂ ਰਿਕੁਆਇਰਮੈਂਟ ਸੀਗੀਆਂ, ਕਈ ਤਰ੍ਹਾਂ ਦੀਆਂ ਪਾਬੰਦੀਆਂ ਸੀਗੀਆਂ। ਕੋਵਿਡ ਟੈਸਟ ਦੇ ਉੱਤੇ ਵੀ ਇੱਕ ਇਹ ਸ਼ਰਤ ਸੀਗੀ ਕਿ ਜਦੋਂ ਤੁਸੀਂ ਆਉਣਾ ਆ, ਜਿੱਥੋਂ ਫਲਾਈਟ ਲੈ ਰਹੇ ਹੋ ਉੱਥੇ ਇੰਨਾ ਸਮਾਂ ਪਹਿਲਾਂ ਤੁਹਾਡਾ ਕੋਵਿਡ-19 ਦਾ ਮੋਲੀਕੂਲਰ ਟੈਸਟ ਹੋਇਆ ਹੋਣਾ ਚਾਹੀਦਾ, ਅਤੇ ਉਹ ਇੱਥੇ ਆ ਕੇ ਉਹਦੇ ਤੋਂ ਬਾਅਦ ਹੀ ਤੁਸੀਂ ਟਰੈਵਲ ਕਰ ਸਕਦੇ ਹੋ, ਅਤੇ ਫਿਰ ਇੱਥੇ ਆ ਕੇ ਉਹਨੂੰ ਚੈੱਕ ਕੀਤਾ ਜਾਂਦਾ ਸੀ। ਜਿਹੜੇ ਸੋਰਸਿਸ ਨੇ ਉਹ ਇਸ ਵੇਲੇ ਦੱਸ ਰਹੇ ਆ ਕਿ ਕੈਨੇਡਾ ਇਸ ਟੈਸਟਿੰਗ ਰਿਕੁਆਇਰਮੈਂਟ ਨੂੰ ਏਅਰਪੋਰਟ ਦੇ ਉੱਤੇ ਅਤੇ ਲੈਂਡ ਬਾਰਡਰ ਕ੍ਰੋਸਿੰਗ ਦੇ ਉੱਤੇ ਹਟਾ ਰਿਹਾ ਆ। ਅਜੇ ਅਨਾਊਂਸ ਨਹੀਂ ਹੋਇਆ, ਪਰ ਲੱਗਦਾ ਆ ਕਿ ਕੱਲ੍ਹ ਤੱਕ ਇਹ ਅਨਾਊਂਸਮੈਂਟ ਹੋ ਜਾਊਗੀ। ਇਸ ਵੇਲੇ ਤੁਹਾਨੂੰ ਪਤਾ ਹੈ ਕਿ ਜਿਹੜੇ ਟਰੈਵਲਰਸ ਨੇ, ਜਿਹੜਾ ਵੀ ਦੇਸ਼ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਹੈ, ਉਹਨੂੰ ਪ੍ਰੂਫ ਦੇਣਾ ਪੈਂਦਾ ਨੈਗੇਟਿਵ ਐਂਟੀਜਨ ਜਾਂ ਮੋਲੀਕੂਲਰ ਟੈਸਟ ਦਾ। ਪਹਿਲਾਂ ਮੋਲੀਕੂਲਰ ਟੈਸਟ ਹੁੰਦਾ ਸੀ, ਫਿਰ ਰੈਪਿਡ ਟੈਸਟ ਨੂੰ ਵੀ ਮਾਨਤਾ ਦੇ ਦਿੱਤੀ ਸੀ, ਔਰ ਉਹ ਵੀ ਇੱਕ ਦਿਨ ਫਲਾਈਟ ਦੇ ਵਿੱਚ ਅਤੇ ਜਾਂ ਜਦੋਂ ਤੁਸੀਂ ਬਾਰਡਰ ਦੇ ਉੱਤੇ ਆਉਣੇ ਆ। ਟੈਸਟਿੰਗ ਰਿਕੁਆਇਰਮੈਂਟ ਇਸ ਮਹੀਨੇ ਦੇ ਆਖਰ ਵਿੱਚ ਡਰੋਪ ਕਰਨ ਬਾਰੇ ਸਰਕਾਰ ਸੋਚ ਰਹੀ ਹੈ, ਅਤੇ ਜਿਹਦੀ ਅਨਾਊਂਸਮੈਂਟ ਕੱਲ੍ਹ ਨੂੰ ਹੋਣ ਦੀ ਆਸ ਆ। 2 ਸਾਲ ਤੋਂ ਵੱਧ ਸਮੇਂ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੈ। ਫੈਡਰਲ ਸਰਕਾਰ ਰੈਂਡਮਲੀ ਟੈਸਟਿੰਗ ਨੂੰ ਕੰਟੀਨਿਊ ਕਰੂਗੀ, ਭਾਵ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਏਅਰਪੋਰਟ ਦੇ ਉੱਤੇ ਪਹੁੰਚ ਜਾਂਦੇ ਹੋ ਉਹਦੇ ਤੋਂ ਬਾਅਦ ਤੁਹਾਡਾ ਜਿਹੜਾ ਟੈਸਟ ਆ ਰੈਂਡਮਲੀ ਕਿਸੇ ਨੂੰ ਵੀ ਉਹ ਸਾਰਿਆਂ ਦੇ ਵਿੱਚੋਂ ਕੀਤਾ ਜਾ ਸਕਦਾ। ਇੱਥੇ ਇਹ ਵੀ ਹੈ ਉਹ ਇਸ ਕਰਕੇ ਕਿ ਉਹ ਵੇਰੀਐਂਟਸ ਨੂੰ ਟਰੈਕ ਕਰਨਾ ਚਾਹੁੰਦੇ ਆ। ਜਿੱਥੇ ਪਹਿਲੇ ਓਮੀਕਰੋਨ ਵੇਰੀਐਂਟ BA.1 ਕਿਹਾ ਜਾ ਰਿਹਾ ਸੀ, ਹੁਣ BA.2 ਬਹੁਤ ਖਤਰਨਾਕ ਰੂਪ ਦੇ ਵਿੱਚ ਫੈਲ ਰਿਹਾ। ਚੀਨ ਦੇ ਵਿੱਚ ਬਹੁਤ ਸਖਤ ਲੋਕਡਾਊਨ ਲੱਗਾ ਹੈ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਕਰਕੇ। ਇੱਥੇ ਵੀ ਟਰੈਕ ਰੱਖਿਆ ਜਾ ਰਿਹਾ ਕਿ ਕਿਹੜਾ ਵੇਰੀਐਂਟ ਕਿੱਧਰਲੇ ਪਾਸਿਓਂ ਆ ਰਿਹਾ। ਕੈਨੇਡਾ ਨੇ ਇਹਦੇ ਲਈ ਸਰਕਾਰ ਜਿਹੜੀ ਆ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਇਹਦੇ ਉੱਤੇ ਰੈਂਡਮਲੀ ਟੈਸਟਿੰਗ ਦੇ ਉੱਤੇ ਲਾਏ ਆ। ਟਰੈਵਲ ਇੰਡਸਟਰੀ ਬਹੁਤ ਲੰਬੇ ਸਮੇਂ ਤੋਂ ਲੌਬੀ ਕਰ ਰਹੀ ਸੀ, ਇਸ ਗੱਲ ਦੀ ਮੰਗ ਕਰ ਰਹੀ ਸੀ, ਇਕੱਠੇ ਹੋ ਕੇ ਸਰਕਾਰ ਨੂੰ ਕਹਿ ਰਹੇ ਸੀ
ਕਿ ਜਿਹੜੀਆਂ ਯਾਤਰਾ ਦੀਆਂ ਪਾਬੰਦੀਆਂ ਇਹਨਾਂ ਨੂੰ ਚੱਕ ਦਿਓ। ਜਿੰਨੀ ਜਲਦੀ ਤੁਸੀਂ ਯਾਤਰਾ ਦੀਆਂ ਪਾਬੰਦੀਆਂ ਚੱਕੋਗੇ ਓਨੇ ਜ਼ਿਆਦਾ ਲੋਕ ਟਰੈਵਲ ਕਰਨਗੇ ਤੇ ਸਾਨੂੰ ਫਾਇਦਾ ਹੋਊਗਾ। ਜਿਹੜੀ ਇਕੋਨਮੀ ਆ ਉਹ ਅੱਗੇ ਚੱਲੂਗੀ ਤੇ ਟਰੈਵਲ ਇੰਡਸਟਰੀ ਦੁਬਾਰਾ ਜਿਹੜੀ ਆ ਉਹ ਆਪਣੀ ਲੀਹ ਦੇ ਉੱਤੇ ਆਊਗੀ। ਦੂਜੀ ਗੱਲ, ਲੋਕਾਂ ਦੀ ਜੇਬ ਦੇ ਉੱਤੇ ਵੀ ਬਹੁਤ ਅਸਰ ਪੈਂਦਾ ਸੀ। ਕੋਵਿਡ-19 ਦਾ ਟੈਸਟ ਕਰਾਉਣ ਦੇ ਲਈ ਕਈ ਥਾਵਾਂ ਦੇ ਉੱਤੇ $200 ਤੱਕ ਇੱਕ ਜਣੇ ਦਾ ਲੱਗਦਾ ਸੀ। ਐਂਟੀਜਨ ਟੈਸਟ ਦੇ ਲਈ 100 ਲੱਗਦਾ ਸੀ ਤੇ PCR ਦੇ ਲਈ $200 ਤੱਕ ਲੱਗ ਜਾਂਦਾ ਸੀ। ਜਿਹੜੇ ਸੋ ਇਹ ਜਿਹੜੇ ਇੱਕ ਇੰਡਸਟਰੀ ਗਰੁੱਪ ਆ ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਰਾਊਂਡ ਟੇਬਲ, ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਹ ਟੈਸਟਿੰਗ ਦੀ ਲੋੜ ਆ ਜਿਹੜੀ ਦੱਸੀ ਜਾ ਰਹੀ ਵੀ ਇਹ ਨਾਨ ਸਾਇੰਟੀਫਿਕ ਆ, ਇਹਦਾ ਕੋਈ ਵਿਗਿਆਨਕ ਆਧਾਰ ਨਹੀਂ ਆ। ਜਦੋਂ ਇੱਕ ਵਾਰੀ ਓਮੀਕਰੋਨ ਸਾਰੇ ਫੈਲ ਚੁੱਕਿਆ ਤਾਂ ਹੁਣ ਕਿਹੜਾ ਵੇਰੀਐਂਟ ਜਿਹੜਾ ਤੁਸੀਂ ਰੋਕ ਰਹੇ ਆ। ਦੂਜਾ ਦੇ ਨਾਲ ਪਹਿਲਾਂ ਜਿਹੜੇ ਯੂਨਾਈਟਿਡ ਕਿੰਗਡਮ, ਡੈਨਮਾਰਕ, ਸਵਿਟਜ਼ਰਲੈਂਡ, ਆਇਰਲੈਂਡ, ਇਹ ਸਾਰੇ ਦੇਸ਼ ਹੈਗੇ ਪਹਿਲਾਂ ਟੈਸਟਿੰਗ ਰਿਕੁਆਇਰਮੈਂਟ ਨੂੰ ਇਹ ਰੋਕ ਚੁੱਕੇ ਆ। ਤੇ ਹੁਣ ਜਿਹੜਾ ਇੱਥੇ ਵੀ ਦੱਸਿਆ ਸੀ ਕਿ ਇਹਨੂੰ ਕੈਨੇਡਾ ਨੂੰ ਵੀ ਇਹ ਰੋਕ ਦੇਣੀ ਚਾਹੀਦੀ ਆ। ਸੋ ਜੇ ਕੱਲ੍ਹ ਅਨਾਊਂਸਮੈਂਟ ਹੋ ਜਾਂਦੀ ਹੈ ਤਾਂ ਇਸ ਮਹੀਨੇ ਦੇ ਆਖਰ ਦੇ ਵਿੱਚ ਇਹ ਰਿਕੁਆਇਰਮੈਂਟ ਇੱਥੋਂ ਚੱਕ ਦਿੱਤੀ ਜਾਊਗੀ। ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਐਕਸਪਰਟ ਨੇ ਉਹ ਦੱਸ ਰਹੇ ਆ ਕਿ ਇਹਦੇ ਉੱਤੇ ਜਲਦੀ ਜਿਹੜਾ ਫੈਸਲਾ ਆ ਸਕਦਾ ਆ। ਜਿਹੜੀ ਵੈਕਸੀਨ ਮੈਂਡੇਟ ਹੈਗਾ ਲੋਕਲ ਇੱਥੇ ਡੋਮੈਸਟਿਕ ਟਰੈਵਲ ਕਰ ਰਹੀਆਂ ਇੰਟਰਨੈਸ਼ਨਲ ਫਲਾਈਟਸ ਦੇ ਲਈ ਜਾਂ VRL ਦੇ ਲਈ ਜਾਂ ਜਿਹੜਾ ਰੌਕੀ ਮਾਊਂਟੇਨ ਟ੍ਰੇਨਸ ਆ, ਕਰੂਜ਼ ਸ਼ਿਪ ਆ, ਉਹ ਇਸੇ ਤਰ੍ਹਾਂ ਰਹੂਗਾ ਜਿਸ ਤਰ੍ਹਾਂ ਇਸ ਵੇਲੇ ਚੱਲ ਰਿਹਾ ਆ। ਸੋ ਪਿੱਛੇ ਜੇ ਵੀ ਸਰਕਾਰ ਨੇ ਆਪਣੇ ਰੂਲ ਚੇਂਜ ਕੀਤੇ ਸੀ। ਜਿਹੜੇ ਵੀ ਕੈਨੇਡਾ ਦੇ ਵਿੱਚ ਆ ਰਹੇ ਆ ਉਹਨਾਂ ਨੂੰ ਜਿਹੜਾ ਨੈਗੇਟਿਵ ਰੈਪਿਡ ਐਂਟੀਜਨ ਟੈਸਟ ਦੇ ਨਾਲ ਹੀ ਉਹਨਾਂ ਦਾ ਸਰ ਜਾਂਦਾ ਸੀ। ਪਹਿਲਾਂ ਮੋਲੀਕੂਲਰ ਟੈਸਟ ਕਰਵਾਉਣਾ ਪੈਂਦਾ ਸੀ, ਪਰ ਹੁਣ ਉਹਨਾਂ ਨੇ ਕਿਹਾ ਸੀ ਕਿ ਰੈਪਿਡ ਐਂਟੀਜਨ ਟੈਸਟ ਕਰਵਾ ਕੇ ਤੁਸੀਂ ਇੱਥੇ ਆ ਸਕਦੇ ਆ। ਤੇ ਫਰਵਰੀ 28 ਤੋਂ ਜਿਹੜੇ ਅਨਵੈਕਸੀਨੇਟਡ ਬੱਚੇ ਨੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਥੱਲੇ ਆ, ਉਹ ਕੈਨੇਡਾ ਦੇ ਵਿੱਚ ਜੇਕਰ ਆਉਂਦੇ ਆ ਤਾਂ ਉਹਨਾਂ ਨੂੰ ਕੈਨੇਡਾ ਵਿੱਚ ਆਉਣ ਤੋਂ ਬਾਅਦ ਜਿਹੜਾ ਕਿਹਾ ਜਾਂਦਾ ਸੀ ਪਹਿਲਾਂ ਕਿ ਡੇ ਕੇਅਰ ਸਕੂਲ ਜਾਂ ਦੂਜੀਆਂ ਭੀੜ ਵਾਲੀਆਂ ਥਾਵਾਂ ਨੂੰ 2 ਹਫ਼ਤੇ ਅਵਾਇਡ ਕਰੋ, ਉਹ ਵੀ ਖਤਮ ਹੋ ਚੁੱਕੀ ਆ। ਤੇ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਕੱਲ੍ਹ ਨੂੰ ਇਹ ਅਨਾਊਂਸਮੈਂਟ ਆਉਂਦੀ ਆ ਤੇ ਕੋਵਿਡ-19 ਦੇ ਟੈਸਟ ਦੀ ਰਿਕੁਆਇਰਮੈਂਟ ਵੀ ਹਟ ਜਾਂਦੀ ਹੈ। ਰੂਸ ਯੂਕਰੇਨ ਲੜਾਈ ਦਾ ਅੱਜ 21ਵਾਂ ਦਿਨ ਆ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਹਮਲੇ ਕਰ ਰਿਹਾ, ਉੱਥੋਂ ਦੇ ਨਾਗਰਿਕਾਂ ਦੇ ਉੱਤੇ ਬੰਬਾਰੀ ਕਰ ਰਿਹਾ। ਯੂਕਰੇਨ ਦੇ ਦੂਜੇ ਬੜੇ ਸ਼ਹਿਰ ਖਾਰਕਿਵ ਦੇ ਵਿੱਚ ਰੂਸੀ ਹਮਲੇ ਦੇ ਵਿੱਚ ਦੱਸ ਰਿਹਾ ਕਿ ਹੁਣ ਤੱਕ 500 ਨਾਗਰਿਕ ਮਾਰੇ ਜਾ ਚੁੱਕੇ ਆ। ਸ਼ਹਿਰ ਦੀ ਐਮਰਜੈਂਸੀ ਸਰਵਿਸ ਏਜੰਸੀ ਨੇ ਅੰਕੜਾ ਜਾਰੀ ਕਰਕੇ ਇਹ ਦੱਸਿਆ ਕਿ ਇਹ ਅੰਕੜਾ ਹਜੇ ਹੋਰ ਵੱਧ ਸਕਦਾ। ਯੂਕਰੇਨ ਦਾ ਇੱਕ ਅਖਬਾਰ ਆ ਕੀਵ ਇੰਡੀਪੈਂਡੈਂਟ, ਉਹਦੇ ਮੁਤਾਬਕ ਰੂਸ ਤੇ ਯੂਕਰੇਨ ਦੇ ਵਿੱਚ ਜਲਦੀ ਸੀਜ਼ ਫਾਇਰ ਹੋ ਸਕਦਾ। ਇਸ ਗੱਲ ਦੀ ਵੀ ਆਸ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਗੱਲਬਾਤ ਜਿਹੜੀ ਸਿਰੇ ਚੜ੍ਹ ਜਾਵੇ ਤੇ ਇਹ ਲੜਾਈ ਰੁਕ ਜਾਵੇ। ਕੀਵ ਇੰਡੀਪੈਂਡੈਂਟ ਦੇ ਅਨੁਸਾਰ ਇਹ ਗੱਲਬਾਤ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਵ ਹੈਗੀ ਆ ਕਿ ਯੂਕਰੇਨ ਦੀ ਸਰਕਾਰ ਰੂਸ ਦੀ ਸਰਕਾਰ ਨੂੰ ਇਹ ਭਰੋਸਾ ਦੇਵੇ ਕਿ ਉਹ ਨਾਟੋ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤੇ ਦੂਜੇ ਪਾਸੇ ਆਪਣੇ ਹਥਿਆਰਾਂ ਦੀ ਲਿਸਟ ਵੀ ਤੈਅ ਕਰਨਗੇ। ਤੇ ਦੂਜੇ ਪਾਸੇ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਜਾਣੀ ਕਿ ICJ ਆ, ਉਹਨੇ ਰੂਸ ਤੇ ਯੂਕਰੇਨ ਦੇ ਉੱਤੇ ਫੌਰਨ ਹਮਲੇ ਬੰਦ ਕਰਨ ਲਈ ਵੀ ਕਹਿ ਦਿੱਤਾ ਹੈ। 3 ਯੂਰਪ ਦੇ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਕੀਤੀ ਹੈ। ਚੈੱਕ ਰਿਪਬਲਿਕ, ਪੋਲੈਂਡ ਤੇ ਸਲੋਵੇਨੀਆ, ਇਹਨਾਂ ਦੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਕੀਤੀ ਆ। ਰਾਸ਼ਟਰਪਤੀ ਬਾਈਡਨ ਅਗਲੇ ਹਫ਼ਤੇ ਜਿਹੜੇ ਬ੍ਰਸਲਸ ਦੇ ਵਿੱਚ EU ਤੇ ਨਾਟੋ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਸੋ ਹੁਣ 21 ਦਿਨ ਬਾਅਦ ਸਮਝੌਤੇ ਦਾ ਸੰਕੇਤ ਮਿਲ ਰਿਹਾ ਆ ਕਿ ਸ਼ਾਇਦ ਸਮਝੌਤਾ ਹੋ ਜਾਵੇ। ਬਹੁਤ ਸਾਰਾ ਇਹਦੇ ਵਿੱਚ ਨੁਕਸਾਨ ਹੋ ਚੁੱਕਾ, ਇੱਥੋਂ ਤੱਕ ਕਿ ਕਈ ਪੱਤਰਕਾਰਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ। ਅਮਰੀਕੀ TV ਚੈਨਲ ਫੌਕਸ ਨਿਊਜ਼ ਦੇ ਸੀਨੀਅਰ ਫੋਟੋ ਜਰਨਲਿਸਟ ਨੇ ਪੀਅਰੇ ਜਨਵੈਸਕੀ, ਯੂਕਰੇਨੀ ਪੱਤਰਕਾਰ ਅਲੈਗਜ਼ੈਂਡਰਾ ਕੋਵਸ਼ਿਨੋਵ ਤੇ ਯੂਕਰੇਨ ਦੀ ਕਵਰੇਜ ਦੌਰਾਨ ਉਹਨਾਂ ਦੀ ਮੌਤ ਹੋਈ ਆ। ਕਾਰ ਰੂਸੀ ਫਾਇਰਿੰਗ ਦੀ ਲਪੇਟ ਦੇ ਵਿੱਚ ਆ ਗਈ ਸੀ। ਫੌਕਸ ਨਿਊਜ਼ ਦੇ ਕੋਰਸਪੋਂਡੈਂਟ ਪੱਤਰਕਾਰ ਬੈਂਜਾਮਿਨ ਹਾਲ ਜ਼ਖਮੀ ਹੋਏ ਆ। ਇਸੇ ਤਰ੍ਹਾਂ ਅਮਰੀਕੀ ਪੱਤਰਕਾਰ ਬ੍ਰੈਂਟ ਰੇਨਾਰਡ ਦੀ ਰੂਸ ਦੇ ਹਮਲੇ ਵਿੱਚ ਮੌਤ ਹੋ ਗਈ ਹੈ ਤੇ ਉਹਨਾਂ ਦੇ ਜਿਹੜੇ ਨਾਲ ਦੇ ਪੱਤਰਕਾਰ ਜੁਆਨ ਅਰਨਡੋਗੋ ਸੀ ਉਹ ਜ਼ਖਮੀ ਹੋਏ ਆ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅਨਾਊਂਸਮੈਂਟ ਕੀਤੀ ਆ, ਅੱਜ ਬੁੱਧਵਾਰ ਦੇ ਦਿਨ ਉਹਨੇ ਅਨਾਊਂਸਮੈਂਟ ਕੀਤੀ ਆ ਕਿ ਹੋਰ $800 ਮਿਲੀਅਨ ਮਿਲਟਰੀ ਸਪੋਰਟ ਯੂਕਰੇਨ ਨੂੰ ਦਿੱਤੀ ਜਾਊਗੀ। ਯੂਕਰੇਨ ਲਗਾਤਾਰ ਮੰਗ ਕਰ ਰਿਹਾ। ਜਿਹੜੇ ਜ਼ੈਲੈਂਸਕੀ ਨੇ ਰਾਸ਼ਟਰਪਤੀ ਉੱਥੋਂ ਦੇ, ਕੱਲ੍ਹ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਸੀ, ਅੱਜ US ਦੇ ਵਿੱਚ ਉਹਨਾਂ ਨੇ ਸੰਬੋਧਿਤ ਕੀਤਾ ਤੇ ਬਾਰ-ਬਾਰ ਇੱਕੋ ਹੀ ਗੱਲ ਕਹਿ ਰਿਹਾ ਕਿ ਰਾਸ਼ਟਰਪਤੀ ਬਾਰ-ਬਾਰ ਕਹਿ ਰਿਹਾ ਕਿ ਸਾਨੂੰ ਇਸ ਵੇਲੇ ਮਦਦ ਦੀ ਲੋੜ ਆ, ਸਾਡੀ ਮਦਦ ਕੀਤੀ ਜਾਵੇ। ਤੇ ਉਸੇ ਤਹਿਤ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਸੀਂ ਇਹ ਮਦਦ ਕਰਨ ਦੇ ਲਈ ਤਿਆਰ ਹਾਂ। ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੈਕੇਜ 8, ਇਹ ਜਿਹੜਾ ਪੈਕੇਜ ਜਿਹੜੀ ਮਦਦ ਯੂਕਰੇਨ ਦੀ ਦੇਣੀ ਹੈ ਉਹਦੇ ਵਿੱਚ 800 ਐਂਟੀ ਕਰਾਫਟ ਸਿਸਟਮਸ ਹੋਣਗੇ, 9000 ਐਂਟੀ ਆਰਮਰ ਸਿਸਟਮ ਹੋਣਗੇ, 7000 ਜਿਹੜੇ ਸਮੌਲ ਆਰਮਰ ਹੋਣਗੇ ਜਿਹਦਾ ਸ਼ਾਰਟ ਗਨਸ ਨੇ, ਗ੍ਰਨੇਡ ਲਾਂਚਰ ਨੇ,
ਜਾਂ ਡਰੋਨ ਹੈਗੇ ਆ ਜਾਂ ਹੋਰ ਮਿਲਟਰੀ ਦਾ ਸਮਾਨ ਜਿਹੜਾ ਯੂਕਰੇਨ ਨੂੰ ਚਾਹੀਦਾ ਉਹ ਇਹਦੇ ਵਿੱਚ ਸ਼ਾਮਲ ਹੋਊਗਾ। ਉਹ ਕਹਿੰਦੇ ਲੜਾਈ ਬਹੁਤ ਸਖਤ ਆ ਅਤੇ ਇਹਦੇ ਵਿੱਚ ਅਸੀਂ ਸਾਥ ਦੇ ਰਹੇ ਹਾਂ ਅਤੇ ਅਸੀਂ ਇਹ ਲੜਾਈ ਯੂਕਰੇਨ ਦੇ ਨਾਲ ਰੂਸ ਦੇ ਖਿਲਾਫ ਲੜਨਾ ਚਾਹੁੰਦੇ ਹਾਂ ਕਿਉਂਕਿ ਰੂਸ ਸਿਵਿਲੀਅਨ ਪਾਪੂਲੇਸ਼ਨ ਦੇ ਉੱਤੇ, ਆਮ ਨਾਗਰਿਕਾਂ ਦੇ ਉੱਤੇ ਬੜੀ ਇਮੋਰਲ ਇਨਐਥੀਕਲ ਅਟੈਕ ਕਰ ਰਿਹਾ ਆ ਅਤੇ ਅਸੀਂ ਉਹ ਕਹਿੰਦੇ ਇਕੱਠੇ ਆ ਇਸ ਵੇਲੇ, ਅਸੀਂ ਨਾਲ ਹਾਂ ਅਤੇ ਵਲਾਦੀਮੀਰ ਪੁਤਿਨ ਦੇ ਇਸ ਫੈਸਲੇ ਦੇ ਖਿਲਾਫ ਅਸੀਂ ਲੜਾਂਗੇ। ਇਹ ਵੀ ਆ ਕਿ ਅਸਿਸਟੈਂਸ ਜਿਹੜੀ ਆ ਟੋਟਲ ਜਿਹੜੀ ਆਥੋਰਾਈਜ਼ ਕੀਤੀ ਹੈ ਜੋ ਬਾਈਡਨ ਨੇ ਹੁਣ ਤੱਕ 2 ਬਿਲੀਅਨ ਡਾਲਰ ਤੇ ਪਹੁੰਚ ਗਈ ਆ। ਜਦੋਂ ਉਹਨਾਂ ਦੀ ਪ੍ਰੈਜ਼ੀਡੈਂਸੀ ਸਟਾਰਟ ਹੋਈ ਆ ਉਹਦੇ ਤੋਂ ਲੈ ਕੇ ਹੁਣ ਤੱਕ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਹੈ ਵਲਾਦੀਮੀਰ ਜ਼ੈਲੈਂਸਕੀ, ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਜਿਹੜੀ ਬੁੱਧਵਾਰ ਨੂੰ ਪਹਿਲਾਂ ਕਿ ਜਿਹੜਾ ਯੂਕਰੇਨ ਦੇ ਉੱਤੇ ਆ ਉਹਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ, ਉਹਦੇ 'ਚ ਮਦਦ ਕੀਤੀ ਜਾਵੇ। ਉਹਦੇ ਉੱਤੇ ਉਹਨਾਂ ਨੇ ਕੋਈ ਸਹਿਮਤੀ ਨਹੀਂ ਪ੍ਰਗਟ ਕੀਤੀ। ਇਸ ਮਾਮਲੇ ਦੇ ਉੱਤੇ ਕੈਨੇਡਾ ਨੇ ਵੀ ਨਾ ਕਰ ਦਿੱਤੀ ਹੈ। ਉਹਨਾਂ ਨੇ ਕੈਨੇਡਾ ਨੂੰ ਵੀ ਕਿਹਾ ਸੀ ਕਿ ਜਿਹੜੇ ਰੂਸ ਦੇ ਇਹ ਜਹਾਜ਼ ਆ ਇੱਧਰਲੇ ਪਾਸੇ ਆਉਂਦੇ ਆ, ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ। ਜੇ ਇੱਦਾਂ ਕਰਦੇ ਆ ਤਾਂ ਮਾਹਰ ਮੰਨਦੇ ਆ ਕਿ ਦੁਨੀਆ ਦੇ ਵਿੱਚ ਫੇਰ ਲੜਾਈ ਜ਼ਿਆਦਾ ਤੇਜ਼ ਹੋ ਜਾਣੀ ਆ, ਫੇਰ ਇਹਦਾ ਨੁਕਸਾਨ ਜ਼ਿਆਦਾ ਹੋ ਜਾਣਾ। ਸੋ ਹੁਣ ਕਿਉਂਕਿ ਹਸਪਤਾਲਾਂ ਦੇ ਉੱਤੇ, ਸਕੂਲਾਂ ਦੇ ਉੱਤੇ ਵੀ ਬੰਬ ਸਿੱਟ ਰਹੇ ਆ, ਉਹ ਵਾਰ-ਵਾਰ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ। ਵਾਈਟ ਹਾਊਸ ਦੇ ਉੱਤੇ ਵੀ ਪ੍ਰੈਸ਼ਰ ਆ ਕਾਂਗਰਸ ਦਾ ਕਿ ਕਿਸੇ ਤਰ੍ਹਾਂ ਯੂਕਰੇਨ ਦੀ ਸਪੋਰਟ ਵਧਾਈ ਜਾਵੇ, ਉੱਧਰਲੇ ਪਾਸੇ ਉਹਨਾਂ ਦੀ ਮਦਦ ਜ਼ਿਆਦਾ ਕੀਤੀ ਜਾਵੇ। ਰਾਸ਼ਟਰਪਤੀ ਜੋ ਬਾਈਡਨ ਨੇ ਸਰਕਾਰ ਦੀ ਫੰਡਿੰਗ ਬਿੱਲ ਮੰਗਲਵਾਰ ਨੂੰ ਸਾਈਨ ਕੀਤਾ, 13.6 ਬਿਲੀਅਨ ਦੀ ਮਿਲਟਰੀ ਅਤੇ ਹਿਊਮਨਿਟੇਰੀਅਨ ਅਸਿਸਟੈਂਸ ਦਾ ਯੂਕਰੇਨ ਦੇ ਵਿੱਚ, ਇਹਦੇ ਤੋਂ 1.2 ਬਿਲੀਅਨ ਤੋਂ ਉੱਤੇ। ਸੋ ਹੁਣ ਇਸ ਵੇਲੇ ਇਹ ਮਦਦ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਯੁੱਧ ਰੁਕਦਾ ਆ, ਇਹ ਵੀ ਦੇਖਣਾ ਹੋਊਗਾ। ਚੌਥੇ ਹਫ਼ਤੇ ਦੇ ਵਿੱਚ ਇਸ ਵੇਲੇ ਇਹ ਲੜਾਈ ਪਹੁੰਚ ਚੁੱਕੀ ਆ, ਅਜੇ ਤੱਕ ਲੱਗ ਨਹੀਂ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੁਕੇਗੀ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ, ਉਹਨਾਂ ਦਾ ਸੁਪਨਾ ਹੁੰਦਾ ਕਿ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਉੱਥੋਂ ਦੀ PR ਲਈਏ ਅਤੇ ਇਹ ਪ੍ਰੋਸੈਸ ਲਗਾਤਾਰ ਜਾਰੀ ਆ। ਕੈਨੇਡਾ ਆਪਣੇ ਵਾਅਦੇ ਮੁਤਾਬਕ ਲੋਕਾਂ ਨੂੰ PR ਦੇ ਰਿਹਾ ਆ ਅਤੇ ਖਬਰ ਇਹ ਆਈ ਆ ਕਿ ਜਨਵਰੀ ਦੇ ਵਿੱਚ, ਇਸ ਸਾਲ ਜਨਵਰੀ ਦੇ ਜਿਹੜੇ ਅੰਕੜੇ ਸਾਹਮਣੇ ਆਏ ਆ ਉਹਨਾਂ ਅਨੁਸਾਰ 35,260 ਲੋਕ ਪਰਮਾਨੈਂਟ ਰੈਜ਼ੀਡੈਂਟ ਬਣੇ ਆ ਕੈਨੇਡਾ ਦੇ ਵਿੱਚ। ਜਿਹੜਾ ਡਾਟਾ ਜਿਹੜੀ ਇਨਫੋਰਮੇਸ਼ਨ ਉੱਥੋਂ ਆਈ ਆ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ IRCC ਤੋਂ, ਉਹ ਡਾਟਾ ਦੱਸ ਰਿਹਾ ਆ ਕਿ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਿ ਜਿਹੜਾ 4 ਲੱਖ ਤੋਂ ਜ਼ਿਆਦਾ ਦਾ ਅੰਕੜਾ ਆ ਇਸ ਸਾਲ ਦੇ ਵਿੱਚ ਉਹਨੂੰ ਪੂਰਾ ਕੀਤਾ ਜਾਵੇ। ਕਿਉਂਕਿ ਕੈਨੇਡਾ ਨੇ ਪਹਿਲਾਂ ਹੀ ਆਪਣਾ ਇਮੀਗ੍ਰੇਸ਼ਨ ਪਲਾਨ ਦੇ ਦਿੱਤਾ ਸੀ ਕਿ ਅਸੀਂ ਕਿਹੜੇ ਸਾਲ ਦੇ ਵਿੱਚ ਕਿੰਨੇ ਲੋਕ ਸੱਦਣੇ ਆ। ਸੋ ਲਗਾਤਾਰ ਇਹ ਦੂਜੀ ਵਾਰੀ ਹੋਣਾ ਕਿ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ PR ਕੈਨੇਡਾ ਨੇ ਦੇਣੀ ਆ। ਜਿਹੜਾ ਇਮੀਗ੍ਰੇਸ਼ਨ ਲੈਵਲ ਪਲਾਨ 2022-2024 ਆ, ਉਹਦੇ ਵਿੱਚ ਪਿਛਲੇ ਮਹੀਨੇ ਉਹ ਪਲਾਨ ਕੈਨੇਡਾ ਸਰਕਾਰ ਨੇ ਜਾਰੀ ਕੀਤਾ ਸੀ ਅਤੇ ਉਹਦੇ ਵਿਚਾਰ ਦੱਸਿਆ ਸੀ ਕਿ ਇਹਨਾਂ ਦਾ ਟਾਰਗੇਟ ਆ 4,32,000 ਨਵੇਂ ਇਮੀਗ੍ਰੈਂਟਸ ਇਸ ਸਾਲ ਦੇ ਵਿੱਚ ਲੈਂਡ ਕਰਨਗੇ ਅਤੇ ਇਹ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਅੰਕੜਾ ਹੋਊਗਾ। ਲਾਸਟ ਈਅਰ ਕੈਨੇਡਾ ਦੇ ਵਿੱਚ 4,05,000 ਲੋਕ ਇੱਥੇ ਆਏ ਸੀ, ਉਹ ਪਰਮਾਨੈਂਟ ਰੈਜ਼ੀਡੈਂਟ ਇੱਥੋਂ ਦੇ ਬਣੇ ਸੀ ਅਤੇ ਇਹਦੇ ਨਾਲ ਇੱਕ ਹੋਰ ਰਿਕਾਰਡ ਬ੍ਰੇਕਿੰਗ ਸਾਲ ਪਹਿਲੀ ਵਾਰ ਆ ਇਤਿਹਾਸ ਦੇ ਵਿੱਚ ਕਿ 4 ਲੱਖ ਤੋਂ ਜ਼ਿਆਦਾ ਅੰਕੜਾ ਪਾਰ ਹੋਇਆ। ਜਨਵਰੀ ਦੇ ਵਿੱਚ ਜਿਹੜੇ ਲੋਕ ਆਏ ਆ 65% ਨਵੇਂ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਲੈਂਡ ਕਰ ਰਹੇ ਆ ਉਹ ਇਕਨੋਮਿਕ ਕਲਾਸ ਦੇ ਅੰਡਰ ਆਏ ਆ। ਜਿਹੜਾ ਟਾਰਗੇਟ 56% ਦਾ ਸੀਗਾ ਉਹਦੇ ਤੋਂ ਵੀ ਜ਼ਿਆਦਾ ਆ। 20% ਲੈਂਡ ਹੋਏ ਆ ਫੈਮਿਲੀ ਕਲਾਸ ਦੇ ਅੰਡਰ, ਜਿਹੜਾ ਕਿ 24% ਸੀਗਾ ਪਲਾਨ ਟਾਰਗੇਟ, ਉਹਦੇ ਤੋਂ ਘੱਟ ਆ। ਰਿਫਿਊਜੀ ਅਤੇ ਹਿਊਮਨਿਟੇਰੀਅਨ ਕਲਾਸ ਉਹ 15% ਆਈ ਆ ਅਤੇ ਜਿਹੜੀ ਕਿ 20% ਆ ਉਹਦੇ ਤੋਂ ਵੀ ਘੱਟ ਆ ਜਿੰਨੀ ਤੱਕਿਆ ਗਿਆ ਸੀ। ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ CEC, ਉਹ ਇਸ ਵੇਲੇ ਲੀਡਿੰਗ ਪ੍ਰੋਗਰਾਮ ਆ ਨਵੀਂ ਇਕਨੋਮਿਕਸ ਕਲਾਸ ਲੈਂਡਿੰਗ ਦੇ ਵਿੱਚ ਅਤੇ ਆਲਮੋਸਟ 7700 ਇਮੀਗ੍ਰੈਂਟ ਇਹਦੇ ਵਿੱਚ ਆਏ ਆ। ਸੋ ਹੁਣ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹ ਵੀ ਇਸ ਕਲਾਸ ਦੇ ਉੱਤੇ ਬਹੁਤ ਜ਼ਿਆਦਾ ਰਿਲਾਈ ਕਰ ਰਿਹਾ, ਇਹਨਾਂ ਦੇ ਉੱਤੇ ਆਸ ਕਰ ਰਿਹਾ ਹੈ ਕਿ ਇਸ ਕਲਾਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਆਉਣਗੇ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵੀ ਆ, ਉਹਨਾਂ ਦੇ ਵਿੱਚ ਵੀ ਇਕਨੋਮਿਕ ਕਲਾਸ ਦੇ ਵਿੱਚ 4200 ਇਮੀਗ੍ਰੈਂਟ ਲੈਂਡ ਹੋਏ ਆ। ਫੈਡਰਲ ਸਕਿਲਡ ਵਰਕ ਪ੍ਰੋਗਰਾਮ FSWP ਦੇ ਵਿੱਚ ਵੀ 2600 ਲੈਂਡਿੰਗਸ ਹੋਈਆਂ ਆ। ਸੋ ਇਸ ਵੇਲੇ ਇਹ ਡਾਟਾ ਦੱਸ ਰਿਹਾ ਆ ਕਿ ਜਿਹੜਾ ਡਿਪਾਰਟਮੈਂਟ ਆ ਉਹ FSWP ਐਪਲੀਕੇਸ਼ਨ ਨੂੰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪ੍ਰੋਸੈਸ ਕਰ ਰਿਹਾ ਆ, ਕਿਉਂਕਿ FSWP ਕੈਨੇਡਾ ਦੀ ਲੀਡਿੰਗ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਪ੍ਰੋਗਰਾਮ ਆ, ਜਿਹਦੇ ਵਿੱਚ ਲੋਕ ਆ ਰਹੇ ਆ ਅਤੇ ਇਹ 1967 ਦੇ ਵਿੱਚ ਸਟਾਰਟ ਹੋਇਆ ਸੀ, ਸ਼ੁਰੂ ਹੋਇਆ ਸੀ ਅਤੇ ਉਹਦੇ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ ਥੋੜ੍ਹਾ ਜਿਹਾ ਘੱਟ ਗਿਆ ਸੀ ਕਿਉਂਕਿ ਐਪਲੀਕੇਸ਼ਨ ਜਿਹੜੀਆਂ ਪ੍ਰੋਸੈਸ ਸਲੋ ਸੀਗਾ ਅਤੇ ਹੁਣ
ਜਿਹੜੀਆਂ ਇਹਦੇ ਵਿੱਚ ਤੇਜ਼ੀ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਕੈਨੇਡਾ ਇਸ ਸਾਲ ਆਪਣੇ ਜਿਹੜਾ ਅੰਕੜਾ ਆ ਉਹਨੂੰ ਪੂਰਾ ਕਰ ਲਵੇਗਾ। ਕੈਨੇਡਾ ਦੇ ਵਿੱਚ ਮਹਿੰਗਾਈ ਇਸ ਵੇਲੇ ਇੱਕ ਬਹੁਤ ਭਖਦਾ ਮੁੱਦਾ ਆ। ਅੱਜ ਜਿਹੜੀ ਬੁੱਧਵਾਰ ਨੂੰ ਕੁਝ ਸਟੈਟ ਸਾਹਮਣੇ ਆਏ ਆ, ਕੁਝ ਅੰਕੜੇ ਸਾਹਮਣੇ ਆਏ ਆ, ਉਹ ਦੱਸ ਰਹੇ ਆ ਕਿ ਜਿਹੜੀ ਇਨਫਲੇਸ਼ਨ ਰੇਟ ਆ ਉਹ ਕਈ ਦਹਾਕਿਆਂ ਤੋਂ ਬਾਅਦ 5.7% ਦੇ ਉੱਤੇ ਪਿਛਲੇ ਮਹੀਨੇ ਪਹੁੰਚ ਗਿਆ ਸੀ। ਇਹ ਉਸ ਵੇਲੇ ਜਦੋਂ ਕਿ ਗੈਸੋਲੀਨ ਤੋਂ ਲੈ ਕੇ ਗਰੋਸਰੀ ਤੱਕ ਸਾਰਾ ਕੁਝ ਹੀ ਇਹਦੇ ਉੱਤੇ ਪ੍ਰਭਾਵਿਤ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਇਹ ਰਿਪੋਰਟ ਦਿੱਤੀ ਆ ਅੱਜ, ਜਿਹਦੇ ਵਿੱਚ ਇਹ ਦੱਸਿਆ ਕਿ ਅਗਸਤ 1991 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਪਿਛਲੇ ਮਹੀਨੇ ਇੰਨੀ ਜ਼ਿਆਦਾ ਕੈਨੇਡਾ ਦੇ ਵਿੱਚ ਮਹਿੰਗਾਈ ਹੋਈ ਹੋਵੇ। ਜਨਵਰੀ ਦੇ ਵਿੱਚ ਇਹ 5.1% ਦੱਸਦੇ ਆ ਤੇ ਉਹਦੇ ਤੋਂ ਬਾਅਦ 5.5% ਦੇ ਉੱਤੇ ਪਹੁੰਚ ਗਈ। ਜਿਹੜੀ ਬਲੂਮਬਰਗ ਆ ਉਹਦੀ ਪੋਲ ਦੇ ਅਨੁਸਾਰ ਹਰ ਇੱਕ ਚੀਜ਼ ਮਹਿੰਗੀ ਹੋਈ ਆ। ਇਕੋਨੋਮਿਸਟ ਜਿਹੜੇ ਉਹ ਦੱਸ ਰਹੇ ਆ ਕਿ ਇਹਦਾ ਬਹੁਤ ਵੱਡਾ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੈਣਾ। ਜਿਹੜੇ ਐਨਰਜੀ ਪ੍ਰਾਈਸਿਸ ਨੇ ਉਹ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੁੱਖ ਚੀਜ਼ ਸੀਗੀ। ਯੂਕਰੇਨ ਦਾ ਸਾਰਾ ਕੁਝ ਜਿਹੜਾ ਉੱਥੋਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ, ਇਹ ਉਹਦੇ ਤੋਂ ਬਾਅਦ ਦੇ ਵਿੱਚ ਹਜੇ ਹੋਰ ਜ਼ਿਆਦਾ ਵੱਧ ਰਹੀਆਂ ਆ। ਇਹ ਉਹਦੇ ਤੋਂ ਪਹਿਲਾਂ ਦੇ ਅੰਕੜੇ ਆ ਜਿਹੜੇ ਸਾਡੇ ਸਾਹਮਣੇ ਨਜ਼ਰ ਆ ਰਹੇ ਆ ਤੇ ਬਹੁਤ ਜ਼ਿਆਦਾ ਪ੍ਰਾਈਸ ਜਿਹੜਾ ਇਹਦਾ ਲਗਾਤਾਰ ਵੱਧ ਰਿਹਾ। ਵੱਡੀ ਸਪਲਾਈ ਜਿਹੜੀ ਉਧਰਲੇ ਪਾਸਿਓਂ ਜਿਨ੍ਹਾਂ ਚੀਜ਼ਾਂ ਦੀ ਇੱਧਰ ਆਉਂਦੀ ਸੀ ਉਹਦਾ ਅਸਰ ਵੀ ਪਿਆ। ਜੀਓਪੋਲੀਟੀਕਲ ਕਨਫਲਿਕਟ ਈਸਟਰਨ ਯੂਰਪ ਦੇ ਵਿੱਚ, ਮਿਡਲ ਈਸਟ ਦੇ ਵਿੱਚ, ਉਹ ਸਾਰਾ ਕੁਝ ਜ਼ਿੰਮੇਵਾਰ ਆ ਇਹਦੀਆਂ ਕੀਮਤਾਂ ਵਧਣ ਦੇ ਲਈ। ਜਿਹੜੇ ਹੁਣ ਅੰਕੜੇ ਇਹ ਰਿਲੀਜ਼ ਕੀਤੇ ਗਏ ਆ, ਇਹ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਲੈ ਕੇ ਜਿਹੜਾ ਤੇਲ ਦੀਆਂ ਕੀਮਤਾਂ ਵਧੀਆਂ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਈਆਂ। ਜੇ ਇਹ ਅੰਕੜੇ ਜਦੋਂ ਸਾਹਮਣੇ ਆਉਣੇ ਆ ਤਾਂ ਮਹਿੰਗਾਈ ਦੇ ਪਿਛਲੇ ਰਿਕਾਰਡ ਹੋਰ ਵੀ ਟੁੱਟਣਗੇ। ਹੁਣ ਵੀ ਜੇਕਰ 1991 ਅਗਸਤ ਤੋਂ ਬਾਅਦ ਪਹਿਲੀ ਵਾਰ ਇੰਨਾ ਜ਼ਿਆਦਾ ਇਹ ਜਿਹੜੀ ਮਹਿੰਗਾਈ ਵਧੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅੰਕੜੇ ਇਹਦੇ ਤੋਂ ਵੀ ਖਤਰਨਾਕ ਹੋਣਗੇ। ਗਰੋਸਰੀ ਸਟੋਰ ਦੇ ਉੱਤੇ ਪ੍ਰਾਈਸਿਸ ਦੇ ਉੱਤੇ ਬਹੁਤ ਵੱਡਾ ਫਰਕ ਪਿਆ। 7.4% ਦੱਸਦੇ ਆ ਕਿ ਜ਼ਿਆਦਾ ਪਿਛਲੇ ਸਾਲ ਨਾਲੋਂ ਗਰੋਸਰੀ ਮਹਿੰਗੀ ਹੋ ਗਈ ਹੈ। $100 ਦੀ ਚੀਜ਼ ਦੇ ਪਿੱਛੇ $7.5 ਹੋਰ ਲੱਗ ਰਹੇ ਆ ਤੇ ਕੁਝ ਥਾਵਾਂ ਦੇ ਉੱਤੇ ਇਹਦੇ ਤੋਂ ਵੀ ਜ਼ਿਆਦਾ ਹੋ ਰਿਹਾ ਹੈ। ਜਿਹੜੇ ਬੇਕਡ ਗੁੱਡ ਨੇ, ਬੇਕਰੀ ਦੀਆਂ ਚੀਜ਼ਾਂ ਨੇ, ਉਹਨਾਂ ਦੇ ਉੱਤੇ ਬਹੁਤ ਸਾਰਾ ਅਸਰ ਪਿਆ ਇਹਦੇ ਨਾਲ। ਰਸ਼ੀਆ ਤੇ ਯੂਕਰੇਨ ਦੋਵਾਂ ਦੇਸ਼ਾਂ ਦੇ ਵਿੱਚੋਂ ਕਾਫੀ ਜ਼ਿਆਦਾ ਕਣਕ ਸਪਲਾਈ ਹੁੰਦੀ ਹੈ ਦੁਨੀਆ ਨੂੰ। ਇਹਨਾਂ ਦੋਵਾਂ ਦੇਸ਼ਾਂ ਤੋਂ ਦੁਨੀਆ ਨੂੰ 30% ਕਣਕ ਸਪਲਾਈ ਕੀਤੀ ਜਾਂਦੀ ਹੈ, ਵਰਲਡ ਸਪਲਾਈ ਜਿਹੜੀ ਵੀਟ ਦੀ ਹੈ। ਸੋ ਜੇ 30% ਕੀਤੀ ਜਾਂਦੀ ਹੈ ਤਾਂ ਉਹ ਪ੍ਰਭਾਵਿਤ ਹੋਊਗੀ। ਕੈਨੇਡਾ ਵੀ ਜਿਹੜਾ ਕਣਕ ਦਾ ਬਹੁਤ ਵੱਡਾ ਸਪਲਾਇਰ ਆ, ਇਹਦੇ ਕੋਲ ਆਪਣੀ ਕਣਕ ਬਹੁਤ ਆ। ਇਹਦੇ ਉੱਤੇ ਉਸ ਲੜਾਈ ਦਾ ਅਸਰ ਤਾਂ ਨਹੀਂ ਹੋਇਆ, ਪਰ ਉਹਦੇ ਤੋਂ ਪਹਿਲਾਂ ਸੋਕੇ ਦੇ ਨਾਲ ਇੱਥੇ ਬਹੁਤ ਸਾਰਾ ਅਸਰ ਪਹਿਲਾਂ ਹੀ ਪੈ ਚੁੱਕਾ ਸੀ। ਜਿੰਨੀ ਫਸਲ ਇੱਥੇ ਹੋਣੀ ਚਾਹੀਦੀ ਸੀ ਉਹਦੇ ਤੋਂ ਥੋੜ੍ਹੀ ਹੋਈ ਹੈ, ਉਹਨੇ ਵੀ ਥੋੜ੍ਹੀਆਂ ਕੀਮਤਾਂ ਵਧਾਈਆਂ। ਤੇ ਦੂਜਾ, ਜਦੋਂ ਫਿਰ ਜਿਹੜੀਆਂ ਗੈਸ ਦੀਆਂ ਕੀਮਤਾਂ ਵਧੀਆਂ ਆ ਤਾਂ ਉਹਦੇ ਤੋਂ ਬਾਅਦ ਇੱਕ ਇੱਕ ਕਰਕੇ ਇਹ ਸਾਰੀਆਂ ਕੀਮਤਾਂ ਉੱਪਰ ਵੱਲ ਨੂੰ ਜਾਣ ਲੱਗ ਪਈਆਂ। ਚਾਹੇ ਉਹ ਯੀਸਟ ਆ, ਚਾਹੇ ਵਿਨੇਗਰ ਆ, ਚਾਹੇ ਕਾਰਡਬੋਰਡ ਦੇ ਬਾਕਸ ਆ, ਚਾਹੇ ਬੈਗਸ ਆ, ਸਾਰਾ ਕੁਝ ਜਿਹੜੀਆਂ ਚੀਜ਼ਾਂ, ਹਰ ਇੱਕ ਚੀਜ਼ ਦੀਆਂ ਜਿਹੜੀ ਚੀਜ਼ ਦਾ ਵੀ ਨਾਂ ਲੈਂਦੇ ਆ ਉਹ ਕੀਮਤਾਂ ਉੱਤੇ ਗਈਆਂ। ਅਜੇ ਇਹ ਕੀਮਤਾਂ ਥੱਲੇ ਆਉਣ ਦਾ ਨਾਂ ਨਹੀਂ ਲੈ ਰਹੀਆਂ ਤੇ ਲੱਗਦਾ ਹੈ ਕਿ ਜੇ ਕਨਫਲਿਕਟ ਹੋਰ ਚੱਲਦਾ ਰਿਹਾ ਤਾਂ ਕੈਨੇਡਾ ਦੇ ਵਿੱਚ ਮਹਿੰਗਾਈ ਹੋਰ ਵਧੂਗੀ ਤੇ ਆਉਣ ਵਾਲੇ ਮਹੀਨੇ ਦੇ ਵਿੱਚ ਜਦੋਂ ਇਸ ਮਹੀਨੇ ਦੇ ਅੰਕੜੇ ਜਾਰੀ ਕੀਤੇ ਜਾਣਗੇ ਤਾਂ ਉਹਦੇ ਵਿੱਚ ਮਹਿੰਗਾਈ ਦੇ ਹੋਰ ਵੀ ਰਿਕਾਰਡ ਟੁੱਟਣਗੇ। ਪੁਲਿਸ ਆ ਤਸਵੀਰ ਵਿੱਚ ਦਿਖਾਏ ਜਾ ਰਹੇ 2 ਵਿਅਕਤੀਆਂ ਦੀ ਭਾਲ ਕਰ ਰਹੀ ਹੈ ਤੇ ਪੁਲਿਸ ਨੇ ਮੰਗ ਕੀਤੀ ਹੈ ਸਰੀ RCMP ਨੇ ਕਿ ਜੇ ਕਿਸੇ ਕੋਲ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਦੱਸਣ। ਬੈਂਕ ਦੇ ਵਿੱਚ ਲੁੱਟ ਖੋਹ ਦਾ ਮਾਮਲਾ ਇਹਨਾਂ ਦੇ ਉੱਤੇ ਦਰਜ ਕੀਤਾ ਗਿਆ। 15900 ਬਲਾਕ ਫਰੇਜ਼ਰ ਹਾਈਵੇ ਦੇ ਉੱਤੇ 4:45 ਵਜੇ ਦੇ ਕਰੀਬ 9 ਮਾਰਚ ਨੂੰ ਇਹਨਾਂ ਨੇ ਬੈਂਕ ਦੇ ਵਿੱਚ ਡਾਕਾ ਮਾਰਿਆ। ਇਹ ਉੱਥੇ ਜਦੋਂ ਕੁਝ ਮਿੰਟਾਂ ਬਾਅਦ ਉਹਨਾਂ ਨੂੰ ਪੁਲਿਸ ਨੂੰ ਪਤਾ ਲੱਗਦਾ, ਪੁਲਿਸ ਉੱਥੇ ਪਹੁੰਚਦੀ ਆ, ਉਸ ਵੇਲੇ ਤੱਕ ਇਹ ਦੋਵੇਂ ਜਣੇ ਦੌੜ ਚੁੱਕੇ ਸੀ। ਬੈਂਕ ਦੇ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ 2 ਜਣੇ ਉੱਥੇ ਆਏ, ਉਹਨਾਂ ਨੂੰ ਧਮਕਾਇਆ, ਹਥਿਆਰ ਦਿਖਾਏ ਤੇ ਪੈਸੇ ਦੀ ਮੰਗ ਕੀਤੀ। ਇਹ ਤੋਂ ਬਾਅਦ ਉਹ ਕਾਫੀ ਸਾਰਾ ਪੈਸਾ ਕਹਿੰਦੇ ਉੱਥੋਂ ਲੈ ਗਏ ਪਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਦੋਵੇਂ ਜਿਹੜੇ ਆ ਇਹ ਜਿਹੜੇ ਕੋਕੇਸ਼ੀਅਨ ਦੱਸੇ ਜਾ ਰਹੇ ਆ, ਉਹਦਾ ਜਿਹੜਾ ਚਿਹਰਾ ਆ ਉਹ ਸਕੀ ਮਾਸਕ ਦੇ ਨਾਲ ਢਕਿਆ ਸੀ, ਬਲੈਕ ਜੈਕਟ ਪਾਈ ਆ, ਲਾਈਟ ਕਲਰਡ ਦੀ ਹੁੱਡ ਆ ਤੇ ਕੰਸਟਰਕਸ਼ਨ ਟਾਈਪ ਰਿਫਲੈਕਟਰ ਵੈਸਟ ਪਾਈ ਆ ਇਹਨੇ ਉੱਤੇ। ਜਿਹੜਾ ਦੂਜਾ ਆ ਉਹ ਵੀ ਕੋਕੇਸ਼ੀਅਨ ਦੱਸਦੇ 20 ਤੋਂ 30 ਸਾਲਾਂ ਦੇ ਵਿਚਕਾਰ ਉਮਰ ਆ, ਲਾਲ ਰੰਗ ਦੀ ਜੈਕਟ ਪਾਈ ਆ, ਨਾਲ ਉਹਦੇ ਹੁੱਡ ਆ, ਬਲੈਕ ਟਰੈਕ ਪੈਂਟਸ ਪਾਈਆਂ ਆ ਤੇ ਜਿਹੜੇ ਉਹਦੇ ਪੈਂਟਸ ਦੇ ਉੱਤੇ 3 ਵਾਈਟ ਪੱਟੀਆਂ ਜਿਹੀਆਂ ਲੱਗੀਆਂ ਆ ਤੇ ਚਿੱਟੇ ਰੰਗ ਦਾ ਮਾਸਕ ਪਾਇਆ। ਕਿਸੇ ਕੋਲ ਵੀ ਇਹਦੇ ਸੰਬੰਧੀ ਜਾਣਕਾਰੀ ਹੋਵੇ ਤਾਂ ਸਰੀ RCMP ਨੂੰ
ਜ਼ਰੂਰ ਸੂਚਿਤ ਕਰੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।